मेरा मेरा है तू ही है खुदा, कहिए परमेश्वर को सदा आसरा मेरा है तू ही है खुदा। देख रहे हो प्रभु ਤੁਹਾਨੂੰ ਸਾਰਿਆਂ ਨੂੰ ਬਲੈਸ ਕਰਨ। ਹਾਲੇਲੂਇਆ। ਪਰਮੇਸ਼ਵਰ ਪਿਤਾ ਮਹਾਨ ਆ ਔਰ ਸਭ ਕੁਝ ਕਰਨ ਦੀ ਸਾਮਰਥ ਰੱਖਦੇ ਆ। ਹਾਲੇਲੂਇਆ। ਪਰਮੇਸ਼ਵਰ ਮਹਾਨ ਆ ਔਰ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਹੈ। ਹਾਲੇਲੂਇਆ। ਔਰ ਅੱਜ ਪ੍ਰਭੂ ਦੀ ਦਇਆ ਦੇ ਨਾਲ ਅਸੀਂ 4th ਫਾਸਟ ਆਪਣਾ ਕੰਪਲੀਟ ਕਰ ਚੁੱਕੇ ਹਾਂ। ਪਰਮੇਸ਼ਵਰ ਹੀ ਸਾਡਾ ਆਸਰਾ ਆ ਔਰ ਪਰਮੇਸ਼ਵਰ ਹੀ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਹੈ। ਹਾਲੇਲੂਇਆ। ਹੁਣ ਤੱਕ ਪ੍ਰਭੂ ਨੇ ਸੰਭਾਲ ਕੇ ਰੱਖਿਆ, ਸਾਡਾ ਆਸਰਾ ਪਰਮੇਸ਼ਵਰ ਬਣਿਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਸਹੀ ਸਲਾਮਤ ਸਾਨੂੰ ਇਸ ਲੈਵਲ ਤੱਕ ਲੈ ਕੇ ਆਇਆ। ਇੱਕ ਹੋਰ ਸੀੜੀ ਚੜ੍ਹਨ ਦਾ ਪ੍ਰਭੂ ਨੇ ਸਾਨੂੰ ਫਜ਼ਲ ਬਖਸ਼ਿਆ ਕਿ ਅਸੀਂ ਇੱਕ ਹੋਰ ਸੀੜੀ ਜਿਹੜੀ ਆ ਉਹ ਚੜ੍ਹ ਸਕੀਏ। ਹਾਲੇਲੂਇਆ। ਜਿਸ ਤਰ੍ਹਾਂ ਮੈਂ ਤੁਹਾਨੂੰ ਸਿਖਾ ਰਹੀ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ, ਆਪਾਂ ਇੱਕ ਇੱਕ ਕਰਕੇ ਉਸ ਲੈਵਲ ਨੂੰ ਕੰਪਲੀਟ ਕਰ ਰਹੇ ਹਾਂ ਜੋ ਅਸੀਂ ਪ੍ਰਭੂ ਦੇ ਨਾਲ ਵਾਅਦੇ ਨੂੰ ਬੰਨਿਆ ਹੈ, ਨਿਯਮ ਨੂੰ ਬੰਨਿਆ ਹੈ। ਹਾਲੇਲੂਇਆ। ਫਸਟ ਡੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਅਸੀਂ ਕਿੱਦਾਂ ਉਹ ਦੁਸ਼ਟ ਆਤਮਾਵਾਂ ਦੇ ਨਾਲ ਲੜਨਾ ਹੈ ਜੋ ਬਚਪਨ ਤੋਂ ਸਟਾਰਟਿੰਗ ਤੋਂ, ਹਾਲੇਲੂਇਆ, ਸਟਾਰਟਿੰਗ ਤੋਂ ਹੀ ਸਾਡੀ ਲਾਈਫ ਦੇ ਵਿੱਚ ਕੰਮ ਕਰ ਰਹੀਆਂ ਨੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਆਪਣੇ ਚੇਲਿਆਂ ਨੂੰ ਵਿਦਆਊਟ ਫਾਸਟਿੰਗ, ਵਿਦਆਊਟ ਪ੍ਰੇਅਰ ਇਹ ਨਹੀਂ ਜਾ ਸਕਦੀਆਂ। ਸੋ ਇਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪਏਗੀ। ਹਾਲੇਲੂਇਆ। ਪਰਮੇਸ਼ਵਰ ਦੂਸਰੇ ਫਾਸਟ ਦੇ ਵਿੱਚ ਪ੍ਰਭੂ ਨੇ ਸਾਨੂੰ ਸਿਖਾਇਆ, ਅਸੀਂ ਸਿੱਖ ਰਹੇ ਸੀ ਕਿਸ ਤਰ੍ਹਾਂ ਅਸੀਂ ਆਪਣੇ ਸਟੈਪ ਨੂੰ ਪ੍ਰਭੂ ਦੀ ਓਬੀਡੀਐਂਸ ਦੇ ਵਿੱਚ ਰਹਿ ਕੇ ਪੂਰਾ ਕਰਨਾ ਹੈ ਜੋ ਪ੍ਰਭੂ ਨੇ ਸਾਨੂੰ ਦਿੱਤਾ ਆ। ਪ੍ਰਭੂ ਦੀ ਆਗਿਆ ਦਾ ਪਾਲਨ ਕਰਦੇ ਹੋਏ ਅਸੀਂ ਅੱਗੇ ਵਧਣਾ ਹੈ। ਓਬੀਡੀਐਂਸ ਇਜ਼ ਬੈਟਰ ਦੈਨ ਸੈਕਰੀਫਾਈਸ। ਹਾਲੇਲੂਇਆ। ਔਰ ਥਰਡ, ਕੱਲ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਸਿੱਖ ਰਹੇ ਸੀ ਵੇਟ ਅਪਨ ਦਾ ਲਾਰਡ। ਪ੍ਰਭੂ ਦੇ ਇੰਤਜ਼ਾਰ ਦੇ ਵਿੱਚ ਸਾਮਰਥ ਹੈ। ਜੋ ਪ੍ਰਭੂ ਨੇ ਸਮਾਂ ਠਹਿਰਾਇਆ, ਜੇ ਪ੍ਰਭੂ ਨੇ ਬੋਲਿਆ ਵੇਟ ਕਰਨ ਦੇ ਲਈ, ਸਾਨੂੰ ਵੇਟ ਕਰਨੀ ਚਾਹੀਦੀ ਹੈ। ਹਾਲੇਲੂਇਆ। ਪਰਮੇਸ਼ਵਰ ਨੇ ਸਾਨੂੰ ਵੇਟ ਕਰਨ ਦੇ ਲਈ ਕਿਹਾ। ਅਸੀਂ ਕੱਲ ਪੜ੍ਹ ਰਹੇ ਸੀ ਯਸ਼ਾਇਆ ਉਹਦੇ 40 ਅਧਿਆਏ ਦੇ ਵਿੱਚੋਂ, ਜੋ ਪਰਮੇਸ਼ਵਰ ਦੀ ਵੇਟ ਕਰਦੇ ਨੇ ਪ੍ਰਭੂ ਉਹਨਾਂ ਨੂੰ ਨਵਾਂ ਬਲ ਦਿੰਦਾ ਹੈ। ਹਾਲੇਲੂਇਆ। ਨਿਊ ਸਟਰੈਂਥ ਉਹਨਾਂ ਨੂੰ ਉਕਾਬਾਂ ਦੀ ਤਰ੍ਹਾਂ ਉਡਾਉਂਦਾ ਹੈ। ਪਰਮੇਸ਼ਵਰ ਉਹਨਾਂ ਨੂੰ ਸ਼ਰਮਿੰਦਿਆਂ ਨਹੀਂ ਹੋਣ ਦਿੰਦਾ। ਹਾਲੇਲੂਇਆ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਪ੍ਰਭੂ ਮਹਾਨ ਆ ਔਰ ਉਹ ਸਭ ਕੁਝ ਕਰਨ ਦੀ ਸਾਮਰਥ ਰੱਖਦੇ ਆ। ਔਰ ਅੱਜ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਸਿੱਖਣ ਦੇ ਲਈ ਜਾ ਰਹੇ ਹਾਂ ਹੋਪ। ਆਈ ਆਲਰੇਡੀ ਪੋਸਟਡ ਔਨ ਸੋਸ਼ਲ ਮੀਡੀਆ। ਮੈਂ ਪਹਿਲਾਂ ਹੀ ਉਹਨੂੰ ਵਰਸ ਨੂੰ ਪੋਸਟ ਕਰ ਚੁੱਕੀ ਹਾਂ। ਤੁਸੀਂ ਦੇਖ ਲਈ ਹੋਏਗੀ, ਜੋ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਲਈ ਹੋਏਗੀ ਆਲਰੇਡੀ। ਪ੍ਰਭੂ ਦੇ ਵਚਨ ਦੇ ਵਿੱਚੋਂ ਮੈਂ ਪਹਿਲਾਂ ਹੀ ਜਿਹੜੀ ਉਹ ਵਰਸ ਆ ਉਹ ਤੁਹਾਨੂੰ ਦੱਸ ਚੁੱਕੀ ਹਾਂ। ਔਰ ਉਸ ਵਚਨ ਦੇ ਵਿੱਚੋਂ ਅਸੀਂ ਅੱਗੇ ਸਿੱਖਣ ਦੇ ਲਈ ਜਾ ਰਹੇ ਹਾਂ। ਜਿਸ ਤਰ੍ਹਾਂ ਪ੍ਰਭੂ ਦਾ ਆਤਮਾ ਮੈਨੂੰ ਸਿਖਾ ਰਿਹਾ ਹੈ, ਮੈਂ ਕੋਸ਼ਿਸ਼ ਕਰ ਰਹੀ ਹਾਂ ਉਸੇ ਤਰ੍ਹਾਂ ਅਸੀਂ ਆਤਮਾ ਦੇ ਵਿੱਚ, ਪ੍ਰਾਰਥਨਾ ਦੇ ਵਿੱਚ, ਵਚਨ ਦੇ ਵਿੱਚ ਆਪਣਾ ਜਿਹੜਾ ਲੈਵਲ ਆ ਉਹਨੂੰ ਕੰਪਲੀਟ ਕਰਦੇ ਜਾਈਏ। ਹਾਲੇਲੂਇਆ। ਆਮੈਨ। ਔਰ ਹੋਪ ਦੇ ਬਾਰੇ ਅਸੀਂ ਅੱਜ ਸਿੱਖਣ ਦੇ ਲਈ ਜਾ ਰਹੇ ਹਾਂ। ਹੋਪ ਇੰਗਲਿਸ਼ ਦਾ ਸ਼ਬਦ ਹੈ ਔਰ ਪੰਜਾਬੀ ਦੇ ਵਿੱਚ ਇਹਨੂੰ ਆਸ ਕਿਹਾ ਗਿਆ ਹੈ ਔਰ ਹਿੰਦੀ ਦੇ ਵਿੱਚ ਆਸ਼ਾ ਕਹਿੰਦੇ ਆ। ਆਵਾਜ਼ ਸਾਰਿਆਂ ਨੂੰ ਕਲੀਅਰ ਆ ਰਹੀ ਹੈ? ਹਾਲੇਲੂਇਆ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ। ਕਹਾਵਤਾਂ ਦੀ ਕਿਤਾਬ ਖੋਲੀਏ ਮੇਰੇ ਨਾਲ। ਕਹਾਵਤਾਂ ਦੀ ਕਿਤਾਬ ਉਹਦਾ 23 ਅਧਿਆਏ, ਉਹਦੀ 16 ਸੀ ਜਾਂ 18 ਸੀ? ਕਹਾਵਤਾਂ 23 ਅਧਿਆਏ 18 ਆਇਤ है ਉਹਦੀ, 16 नहीं है। हालेलुया।
ਕਹੋ ਤਾਂ ਉਹਦਾ 23 ਅਧਿਆਇ ਉਹਦੀ 18 ਆਇਤ ਉਹਦੇ ਵਿੱਚ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ। हिंदी ਦੇ ਵਿੱਚ मैं पढ़ रही हाँ। क्योंकि अंत में फल होगा और तेरी आशा ना टूटेगी। हालेलुया, आमेन। मैं पंजाबी ਦੇ ਵਿੱਚ ਇੱਕ ਵਾਰੀ ਪੜ੍ਹਦੀ ਹਾਂ। ਇਸ ਜਗ੍ਹਾ ਤੇ ਲਿਖਿਆ ਆ ਕਹਾਵਤਾਂ ਦੀ ਕਿਤਾਬ 23 ਅਧਿਆਇ 16 नहीं है 18 है। हालेलुया, नीति वचन। चंगी तरह फिर अपनी बाइबल चेक करो सारे जने। कहावतां दी किताब ओदा 16 अध्याय सॉरी 23 अध्याय ਉਹਦੀ 18 है। यस 18 वर्स 16 नहीं है 18 है। इस जगह ते लिखिया है क्यों जो सचमुच आखर है अते तेरी आस ना टूटेगी। हालेलुया, तेरी आस ना टूटेगी, तेरी आशा ना टूटेगी। हिंदी च लिखिया है तेरी आशा ना टूटेगी। मैं एक छोटी जी स्टोरी तो शुरू करने के लिए जा रही हाँ। कई बार असी पुरानियां चीज़ां अपनी लाइफ दे विचों कड्ढना भुल जाते हैं। हालेलुया, कई बार असी पुरानियां चीज़ां अपनी लाइफ दे विचों कड्ढना भुल जाते हैं। किस तरह भुल जाते हैं? मैं कल ही मैं जदों प्रभु दे वचन दे विचों राती मैं पढ़ रही सी, मैं हमेशा डेट पा के किन्नी तरीक नूं पढ़ रही हाँ और फिर अगे लिखदी हैं जो प्रभु मेरे नाल गल कर रहे हुंदे आ। मैं लिखदे लिखदे तरीक लिखनी सी 19/1/2022 2022 लिखदे लिखदे मैनू 2021 लिखिया गया। फिर मैं जल्दी दे नाल 1 नूं कट्टिया, फिर मैं जल्दी दे नाल 2021 दा जिहड़ा 1 सी ओनू कट्टिया और उत्थे 2 लिखिया और मैं जल्दी दे नाल मैं क्या ओ असी तां 2022 दे विच आ, मैं फिर 21 लिख दिता। सो जाने अनजाने दे विच कई बारी सानू पता भी नहीं हुंदा असी ओल्ड चीज़ां पुरानियां चीज़ां नूं नाल लैके चल रहे हां। नवीआं आ भी चुकियां ने पर फिर भी कई बार असी मिसटेक कर दिंदे आ। हालेलुया, जिद्दां मैं मिसटेक कीती 2021 लिखना 22 लिखना सी 21 लिखिया गया और मैं सोचन लग गई कि शायद जिन्ने जन तुसीं भी देख रहे हो तुहानू भी कई बारी भुलेखा पिया होएगा कि असी 2022 ਦੇ ਵਿੱਚ एंटर कर चुके हैं। जदों तुसीं डेट लिखते होवोगे कई बार तुसीं भी 2021 लिख चुके हो, राइट? तुसीं भी 2021 कई बारी लिख चुके हो, फिर तुसीं कट के उन्होंने 22 कीता होएगा। मैं क्या मैं तो हजे भी 21 लिखी जा रही हाँ। सो इस चीज़ तो मैं सीख रही सी कई बार असी फ्यूचर दे विच चले जाते हैं पर पास्ट जिहड़ा आ वो थोड़ा थोड़ा किते ना किते साडे नाल चलदा रहिंदा है। आमेन, हालेलुया। पास्ट जिहड़ा आ वो साडे नाल चलदा रहिंदा है ते असी उहनूं लै के चल रहे हैं। असी फ्यूचर दे विच पूरे नहीं उतर रहे। आमेन, आप अपने प्रेजेंट दे विच पूरे नहीं उतर रहे। आप अपने पास्ट नूं लैके जिहड़ा दिल आ वो कई बारी दुखी हो जाता है। हालेलुया, मैं इस जगह ते लिखिया आ असी कई बार आशा नहीं रखते कि असी अगे वधांगे। आमेन, मान लो कोई बीमारी है पास्ट दे विच चल रही सी, कुछ चीज़ है जिहड़ी कल दे दिन तक जिहड़ी सानू प्रॉब्लम क्रिएट कर रही सी, साडा दिल दुखी सी जिहदे करके वो बीमारी हो सकती है, पैसे की कमी हो सकती है या फिर कोई इहो जी चीज़ हो सकती है जिहड़ी पिछले दिन तक कल का दिन भी पास्ट ही सी। आमेन, हालेलुया। कल का दिन जिहड़ा बीत गया वो भी पास्ट सी। हो सकता कल के दिन दे विच कुछ भी प्रॉब्लम साडी लाइफ दे नाल जुड़ी हो सकती है और अज भी असी उहनूं उहदे बारे ही सोच रहे हैं कि मैं बीमार सी, पता नहीं ठीक होना है कि नहीं होना। आमेन, हालेलुया। या हो सकता कोई होर प्रॉब्लम होवे, तुहाडी सोच रहे होवो कि मैं
ਮੈਂ ਫੇਲ ਸੀ ਕੱਲ ਮੇਰਾ ਰਿਜ਼ਲਟ ਸਹੀ ਨਹੀਂ ਆਇਆ, ਕੱਲ ਮੇਰਾ ਟੈਸਟ ਸਹੀ ਨਹੀਂ ਹੋਇਆ, ਕੱਲ ਮੈਨੂੰ ਮੇਰੇ ਘਰਦਿਆਂ ਨੇ ਬੜਾ ਕੁਝ ਸੁਣਾਇਆ ਹੈ, ਮੇਰੇ ਦੋਸਤਾਂ ਨੇ, ਜਾਂ ਮੈਨੂੰ ਕਿਤੇ ਵੀ ਕਹਿ ਲਓ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਪਾਸਟ ਦੇ ਵਿੱਚ ਕੱਲ ਦੇ ਦਿਨ ਤੱਕ। ਪਰ ਕਈ ਵਾਰੀ ਇਨਸਾਨ ਸੋਚਦਾ ਹੈ ਕਿ ਅੱਗੇ ਵੀ ਇਦਾਂ ਹੀ ਚੱਲਦਾ ਰਹੇਗਾ, ਸ਼ਾਇਦ ਮੈਂ ਅੱਗੇ ਵਧਣਾ ਹੈ ਕਿ ਨਹੀਂ ਵਧਣਾ, ਸ਼ਾਇਦ ਮੈਂ ਆਪਣੀ ਲਾਈਫ ਦੇ ਵਿੱਚ ਕੁਝ ਕਰ ਪਾਵਾਂਗਾ ਜਾਂ ਨਹੀਂ ਕਰ ਪਾਵਾਂਗਾ, ਸ਼ਾਇਦ ਮੈਂ ਆਪਣਾ ਪੇਪਰ ਜਿਹੜਾ ਮੈਂ ਟੈਸਟ ਦਿੱਤਾ ਹੈ ਉਹਦੇ 'ਚੋਂ ਮੇਰੇ ਵਧੀਆ ਨੰਬਰ ਆਉਣਗੇ ਜਾਂ ਨਹੀਂ ਆਉਣਗੇ, ਸ਼ਾਇਦ ਜਿਹੜੀ ਮੇਰੀ ਬਿਮਾਰੀ ਆ ਉਹ ਮੈਨੂੰ ਛੁਟਕਾਰਾ ਦੇਗੀ ਜਾਂ ਨਹੀਂ ਦੇਗੀ, ਮੇਰੇ ਪੈਸੇ ਦੀ ਕਮੀ ਦੂਰ ਹੋਏਗੀ ਜਾਂ ਨਹੀਂ ਹੋਏਗੀ, ਸ਼ਾਇਦ ਉਹਦੇ ਮਨ ਦੇ ਵਿੱਚ ਇੱਕ ਸ਼ਾਇਦ ਔਰ ਪਾਸਟ ਜਿਹੜਾ ਉਹਦੇ ਨਾਲ ਚੱਲ ਰਿਹਾ ਹੈ। ਹਾਲੇਲੂਇਆ, ਉਹਦਾ ਬੀਤਿਆ ਹੋਇਆ ਸਮਾਂ ਉਹਦੇ ਨਾਲ ਚੱਲ ਰਿਹਾ ਹੈ। ਹਾਲੇਲੂਇਆ, ਕੋਈ ਵੀ ਚੀਜ਼ ਹੋ ਸਕਦੀ ਸਾਡੀ ਲਾਈਫ ਦੇ ਵਿੱਚ ਜਿਹੜੀ ਅੱਜ ਤੱਕ ਸਾਡੇ ਨਾਲ ਚੱਲ ਰਹੀ ਹੈ, ਸਾਡੇ ਪ੍ਰੈਜ਼ੈਂਟ ਦੇ ਵਿੱਚ ਵੀ ਸਾਡੇ ਨਾਲ ਹੈ, ਜਿਹੜੀਆਂ ਚੀਜ਼ਾਂ ਤੋਂ ਅਸੀਂ ਦੁਖੀ ਹਾਂ। ਹਾਲੇਲੂਇਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਂ ਲਿਖਣਾ 2022 ਸੀ ਔਰ ਮੈਂ 2021 ਲਿਖ ਦਿੱਤਾ ਔਰ ਫਿਰ ਮੈਂ ਉਹਨੂੰ ਕੱਟਿਆ, ਫਿਰ ਮੈਂ ਸੋਚਿਆ ਉਹ ਮੈਂ ਤਾਂ ਹਜੇ ਵੀ 2021 ਲਿਖੀ ਜਾ ਰਹੀ ਹਾਂ। ਇਸੇ ਤਰ੍ਹਾਂ ਮੈਂ ਸੋਚਣ ਲੱਗ ਗਈ ਕਈ ਚੀਜ਼ਾਂ ਨੇ ਅਸੀਂ ਜਿਹੜੀਆਂ ਛੱਡਣਾ ਤੇ ਚਾਹੁੰਦੇ ਆ ਪਰ ਉਹ ਛੱਡ ਨਹੀਂ ਪਾ ਰਹੇ, ਸਾਡੀਆਂ ਸੋਚਾਂ ਜਿਹੜੀਆਂ ਉਹ ਅਸੀਂ ਜੇ ਸਾਡੇ ਫੇਲੀਅਰ ਨੇ ਜਿਹੜੇ ਜਾਂ ਜੋ ਸਾਨੂੰ ਨਿਰਾਸ਼ਾ ਆ, ਕਈ ਵਾਰ ਅਸੀਂ ਉਹ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚੋਂ ਕੱਢ ਨਹੀਂ ਪਾਉਂਦੇ। ਆਮੇਨ, ਹਾਲੇਲੂਇਆ। ਪਰ ਪ੍ਰਭੂ ਦਾ ਵਚਨ ਸਾਨੂੰ ਅੱਜ ਕੀ ਕਹਿ ਰਿਹਾ ਹੈ ਉਹਦੇ ਵਿੱਚੋਂ ਅਸੀਂ ਸਿੱਖਾਂਗੇ, ਚਾਹੇ ਅਸੀਂ ਆਪਣੀ ਨਿਰਾਸ਼ਾ ਨੂੰ, ਬਿਮਾਰੀ ਨੂੰ, ਜਾਂ ਫਿਰ ਬਹੁਤ ਜ਼ਿਆਦਾ ਕਹਿ ਲਓ ਉਦਾਸੀ ਆ ਜਾਂ ਕੁਝ ਵੀ ਹੈ ਸਾਡੀ ਲਾਈਫ ਜਿੱਥੇ ਅਟਕੀ ਹੋਈ ਸੀ, ਅੱਜ ਅਸੀਂ ਉਹਨੂੰ ਨਹੀਂ ਛੱਡ ਪਾ ਰਹੇ, ਉਹਨਾਂ ਸੋਚਾਂ ਨੂੰ, ਉਹ ਚੀਜ਼ਾਂ ਨੂੰ ਨਹੀਂ ਛੱਡ ਪਾ ਰਹੇ। ਪਰ ਪ੍ਰਭੂ ਅੱਜ ਦੇ ਵਚਨ ਦੇ ਵਿੱਚੋਂ ਸਾਨੂੰ ਕੀ ਸਿਖਾਉਣਾ ਚਾਹੁੰਦੇ ਆ ਉਹ ਅਸੀਂ ਸਿੱਖਾਂਗੇ। ਜਿਸ ਤਰ੍ਹਾਂ ਅਸੀਂ ਪੜ੍ਹ ਰਹੇ ਸੀ ਨੀਤੀ ਵਚਨ ਕਹੌਤਾਂ ਦੀ ਕਿਤਾਬ ਉਹਦਾ 23 ਅਧਿਆਇ ਉਹਦੀ 18 ਆਇਤ ਦੇ ਵਿੱਚ ਲਿਖਿਆ ਆ, ਤੇਰੀ ਆਸ਼ਾ ਨਾ ਟੁੱਟੇਗੀ। ਹਾਲੇਲੂਇਆ, ਪੰਜਾਬੀ ਦੇ ਵਿੱਚ ਲਿਖਿਆ ਤੇਰੀ ਆਸ ਜਿਹੜੀ ਆ ਉਹ ਨਹੀਂ ਟੁੱਟੇਗੀ। ਆਮੇਨ। ਆਸ ਸ਼ਬਦ ਜਦੋਂ ਤੁਸੀਂ ਪੜ੍ਹਦੇ ਹੋ, ਸੁਣਦੇ ਹੋ, ਉਹਦੇ ਬਾਰੇ ਧਿਆਨ ਦੇ ਨਾਲ ਜਦੋਂ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਦੇ ਆ, ਇੱਕ ਹੋਰ ਆਇਤ ਜਿਹੜੀ ਆ ਉਹ ਅਸੀਂ ਪੜਾਂਗੇ, ਯਿਰਮੀਆ ਉਹਦਾ 29 ਅਧਿਆਇ ਉਹਦੀ 11 ਆਇਤ ਵੀ ਅਸੀਂ ਦੇਖਾਂਗੇ। ਯਿਰਮੀਆ ਉਹਦਾ 29 ਅਧਿਆਇ ਉਹਦੀ 11 ਆਇਤ। ਪ੍ਰਭੂ ਦੇ ਵਚਨ ਨੂੰ ਅਸੀਂ ਨਾਲ ਪੜ੍ਹਦੇ ਜਾਵਾਂਗੇ ਕਿਉਂਕਿ ਪ੍ਰਭੂ ਦਾ ਵਚਨ ਹੀ ਸਾਨੂੰ ਸਿਖਾਉਂਦਾ ਹੈ, ਪ੍ਰਭੂ ਦਾ ਵਚਨ ਸਾਨੂੰ ਡਾਇਰੈਕਟ ਕਰਦਾ ਹੈ, ਪ੍ਰਭੂ ਦਾ ਵਚਨ ਸਾਨੂੰ ਮਾਰਗਦਰਸ਼ਨ ਦਿੰਦਾ ਹੈ ਔਰ ਪ੍ਰਭੂ ਦੇ ਵਚਨ ਦੇ ਵਿੱਚ ਹੀ ਤਸੱਲੀ ਹੈ। ਹਾਲੇਲੂਇਆ। ਯਿਰਮੀਆ ਉਹਦਾ 29 ਅਧਿਆਇ ਉਹਦੀ 11 ਆਇਤ ਉਹਦੇ ਵਿੱਚ ਲਿਖਿਆ ਹੋਇਆ ਹੈ, ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ, ਪਰ ਪ੍ਰਭੂ ਕਹਿ ਰਹੇ ਨੇ ਕਿ ਮੈਂ ਆਪਣੀਆਂ ਸੋਚਾਂ, ਪਰਮੇਸ਼ਰ ਦੀਆਂ ਸੋਚਾਂ, ਪਰਮੇਸ਼ਰ ਕਹਿ ਰਹੇ ਨੇ ਮੈਂ ਆਪਣੀਆਂ ਸੋਚਾਂ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ। ਯਹੋਵਾ ਦਾ ਵਾਕ ਹੈ। ਆਮੇਨ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਜਦੋਂ ਯਹੋਵਾ ਸ਼ਬਦ ਤੁਸੀਂ ਸੁਣਦੇ ਹੋ ਉਸ ਜਗ੍ਹਾ ਤੇ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਉਹ ਜਿਹੜਾ ਵਚਨ ਆ ਉਹ ਪਰਮੇਸ਼ਰ ਬੋਲ ਰਹੇ ਨੇ। ਹਾਲੇਲੂਇਆ। ਇਸ ਜਗ੍ਹਾ ਤੇ ਲਿਖਿਆ ਪਰਮੇਸ਼ਰ ਕਹਿ ਰਹੇ ਨੇ ਯਹੋਵਾ ਦਾ ਵਾਕ ਹੈ, ਮੈਂ ਜਿਹੜੀਆਂ ਸੋਚਾਂ ਤੁਹਾਡੇ ਵਿਖੇ ਸੋਚਦਾ ਹਾਂ ਸ਼ਾਂਤੀ ਦੀਆਂ ਸੋਚਾਂ ਹਨ, ਬੁਰਾਈ ਦੀਆਂ ਨਹੀਂ, ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦਵਾਵਾਂ। ਹਾਲੇਲੂਇਆ। ਆਸ ਸ਼ਬਦ ਤੁਸੀਂ ਇਸ ਜਗ੍ਹਾ ਤੇ ਵੀ ਪੜੋਗੇ। ਆਮੇਨ। ਆਸ ਸ਼ਬਦ ਇਸ ਜਗ੍ਹਾ ਤੇ ਵੀ ਤੁਸੀਂ ਪੜੋਗੇ ਔਰ ਪਰਮੇਸ਼ਰ ਕਹਿ ਰਿਹਾ ਹੈ ਕਿ ਜਿਹੜੀਆਂ ਸੋਚਾਂ ਮੈਂ ਤੁਹਾਡੇ ਵਿਖੇ ਸੋਚਦਾ ਆ ਉਹ ਤੁਹਾਡੇ ਲਾਭ ਦੀਆਂ ਨੇ, ਹਾਨੀ ਦੀਆਂ ਨਹੀਂ। ਹਾਲੇਲੂਇਆ। ਔਰ ਜਦੋਂ ਮੈਂ ਇਸ ਵਚਨ ਤੇ ਮੈਡੀਟੇਟ ਕਰ ਰਹੀ ਸੀ, ਜਦੋਂ ਮੈਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖ ਰਹੀ ਸੀ, ਮੈਂ ਆਪਣੀ ਡਾਇਰੀ ਦੇ ਉੱਪਰ ਲਿਖਿਆ ਹੋਇਆ ਇਸ ਜਗ੍ਹਾ ਤੇ, ਕਈ ਵਾਰੀ ਅਸੀਂ ਵਿਪਤਾ ਦੇ ਵਿੱਚ ਹੁੰਨੇ ਆ, ਪਰੇਸ਼ਾਨੀ ਜਾਂ ਕਹਿ ਲਓ ਸਾਨੂੰ ਧੀਰਜ ਦੀ ਲੋੜ ਆ, ਕੁਝ ਵੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਦੁਨਿਆਵੀ ਜਾਂ ਦੁਨੀਆਦਾਰੀ ਦੇ ਵਿੱਚੋਂ ਨਹੀਂ ਮਿਲ ਸਕਦੀਆਂ, ਸਿਰਫ ਪ੍ਰਭੂ ਦੇ ਵਚਨ ਦੇ ਵਿੱਚੋਂ ਹੀ ਸਾਨੂੰ ਇੱਕ ਆਸ ਜਿਹੜੀ ਆ ਪ੍ਰਭੂ ਦਿੰਦਾ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਤੂੰ ਫਤਹ ਪਾਉਣੀ ਆ, ਪਰ ਤੈਨੂੰ ਆਸ ਰੱਖਣੀ ਪਏਗੀ। ਹਾਲੇਲੂਇਆ। ਤੈਨੂੰ ਆਸ਼ਾ ਰੱਖਣੀ ਪਏਗੀ, ਤੈਨੂੰ ਆਪਣੇ ਅੰਦਰ ਹੋਪ ਜਿਹੜੀ ਆ ਉਹਨੂੰ ਜਗਾਉਣਾ ਪਏਗਾ। ਆਮੇਨ। ਕਈ ਵਾਰੀ ਹੁੰਦਾ ਇਨਸਾਨ ਆਪਣੀ ਆਸ਼ਾ ਹੀ ਖੋ ਬੈਠਦਾ ਹੈ। ਕੱਲ ਮੈਂ ਤੁਹਾਨੂੰ ਦੱਸ ਰਹੀ ਸੀ ਪ੍ਰਭੂ ਦੇ ਵਚਨ ਦੇ ਵਿੱਚੋਂ ਕਿਸ ਤਰ੍ਹਾਂ ਅਸੀਂ ਵੇਟ ਕਰਨੀ ਹੈ। ਪ੍ਰਭੂ ਦਾ ਵਚਨ ਸਾਨੂੰ
ਕੱਲ ਸਿਖਾ ਰਿਹਾ ਸੀ ਵੇਟ ਅਪਨ ਦਾ ਲਾਰਡ। ਸ਼ਾਰਟਕਟ ਯੂਜ਼ ਨਹੀਂ ਕਰਨੇ ਅਸੀਂ ਪ੍ਰਭੂ ਦੇ ਵਿੱਚ, ਅਸੀਂ ਵੇਟ ਕਰਨੀ ਹੈ ਕਿਉਂਕਿ ਜਿਹੜਾ ਇੰਤਜ਼ਾਰ ਹੈ ਉਹਦੇ ਵਿੱਚ ਬਲੈਸਿੰਗ ਛੁਪੀ ਹੋਈ ਹੈ। ਆਮੈਨ, ਹਾਲੇਲੂਇਆ। ਕੱਲ ਮੈਂ ਤੁਹਾਨੂੰ ਦੱਸ ਰਹੀ ਸੀ ਵੇਟ ਦੇ ਵਿੱਚ ਪ੍ਰਭੂ ਦੇ ਕੁਝ ਨਿਯਮ ਨੇ, ਕੁਝ ਕਾਨੂੰਨ ਨੇ। ਹਾਲੇਲੂਇਆ। ਕਿਉਂਕਿ ਪ੍ਰਭੂ ਨੇ ਇੱਕ ਸਮਾਂ ਠਹਿਰਾਇਆ ਬੀਜ ਬੀਜਣ ਦਾ। ਬੀਜ ਬੀਜਣ ਤੋਂ ਬਾਅਦ ਵੇਟ ਕਰਨੀ ਪੈਂਦੀ ਆ ਤਾਂ ਕਿ ਉਹ ਫਸਲ ਪੱਕ ਜਾਏ, ਫੇਰ ਵੱਢੀਏ ਉਹਨੂੰ। ਹਾਲੇਲੂਇਆ। ਔਰ ਇੱਕ ਲੇਡੀ ਹੈ, ਕੋਈ ਔਰਤ ਹੈ ਮੰਨ ਲਓ, ਜੇ ਉਹ ਪ੍ਰੈਗਨੈਂਟ ਆ, ਉਹਨੂੰ ਵੇਟ ਕਰਨੀ ਪਏਗੀ ਆਪਣੇ 9 ਮਹੀਨੇ ਦੀ, ਆਪਣੇ ਬੱਚੇ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਲਈ। ਹਾਲੇਲੂਇਆ। ਵੇਟ ਦੇ ਵਿੱਚ ਸਾਮਰਥ ਹੈ। ਆਮੈਨ। ਸ਼ਾਰਟਕਟ ਮੈਂ ਤੁਹਾਨੂੰ ਦੱਸ ਰਹੀ ਸੀ, ਹੋ ਸਕਦਾ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੈ ਔਰ ਉਸ ਜਗ੍ਹਾ ਤੇ ਤੁਹਾਨੂੰ 1 ਘੰਟਾ ਜਾਂ 2 ਘੰਟਾ ਲੱਗਣਗੇ, ਪਰ ਤੁਸੀਂ ਸੋਚ ਰਹੇ ਹੋ ਕੋਈ ਸ਼ਾਰਟਕਟ ਮੈਨੂੰ ਮਿਲ ਜਾਏ ਜਿਹੜਾ ਮੈਨੂੰ ਅੱਧੇ ਘੰਟੇ ਦੇ ਵਿੱਚ ਲੈ ਜਾਏ, 20 ਮਿੰਟਾਂ ਦੇ ਵਿੱਚ ਲੈ ਜਾਏ, 15 ਮਿੰਟ ਦੇ ਵਿੱਚ ਲੈ ਜਾਏ। ਪਰ ਸਾਨੂੰ ਨਹੀਂ ਪਤਾ ਉਹ ਸ਼ਾਰਟਕਟ ਸਾਨੂੰ ਉਲਝਾ ਕੇ ਸਾਡੀ ਮੰਜ਼ਿਲ ਤੋਂ ਕਿੰਨਾ ਦੂਰ ਕਰ ਸਕਦਾ ਹੈ। ਜਿਸ ਜਗ੍ਹਾ ਤੇ ਅਸੀਂ ਘੰਟੇ 'ਚ ਪਹੁੰਚਣਾ ਹੈ, ਹੋ ਸਕਦਾ ਉਹ ਜਗ੍ਹਾ ਅਸੀਂ 2 ਘੰਟਿਆਂ 'ਚ ਜਾਂ 2 ਦਿਨ ਵੀ ਲੱਗ ਜਾਣ ਜੇ ਅਸੀਂ ਸ਼ਾਰਟਕਟ ਲੱਭ ਰਹੇ ਹਾਂ। ਹਾਲੇਲੂਇਆ। ਇਸ ਕਰਕੇ ਸ਼ਾਰਟਕਟ ਨਹੀਂ, ਪ੍ਰਭੂ ਦੀ ਵੇਟ। ਆਮੈਨ। ਸ਼ਾਰਟਕਟ ਨਹੀਂ, ਪ੍ਰਭੂ ਦੀ ਵੇਟ ਕਰਨ ਦੇ ਅਸੀਂ ਬਾਰੇ ਕੱਲ ਸਿੱਖ ਰਹੇ ਸੀ ਔਰ ਅੱਜ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਸਿੱਖ ਰਹੇ ਹਾਂ ਹੋਪ। ਹੋ ਸਕਦਾ ਸਾਨੂੰ ਆਸ਼ਾ, ਉਮੀਦ ਨਾ ਹੋਵੇ, ਸਾਨੂੰ ਸੋਚੀਏ ਵੀ ਨਾ ਕਿ ਇਹ ਹੋ ਸਕਦਾ ਹੈ, ਪਰ ਪ੍ਰਭੂ ਦਾ ਵਚਨ ਸਾਨੂੰ ਸਿਖਾ ਰਿਹਾ ਆ ਹੋਪ ਜਿਹੜੀ ਆਸ਼ਾ ਏ, ਜਿਹੜਾ ਤੁਹਾਡੀ ਆਸ ਆ, ਉਹ ਟੁੱਟਣੀ ਨਹੀਂ ਚਾਹੀਦੀ। ਪ੍ਰਭੂ ਕਹਿ ਰਹੇ ਕਿ ਜਿਹੜੀਆਂ ਸੋਚਾਂ, ਜਿਹੜੀ ਪਲਾਨਿੰਗ ਮੈਂ ਤੁਹਾਡੇ ਵਿਸ਼ੇ 'ਚ ਕਰ ਰਿਹਾ ਆ, ਉਹ ਜਿਹੜੀ ਪਲਾਨਿੰਗ ਹੈ ਉਹ ਬੈਸਟ ਹੈ ਤੁਹਾਡੇ ਲਈ, ਪਰ ਤੁਹਾਨੂੰ ਆਸ ਰੱਖਣ ਦੀ ਲੋੜ ਹੈ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਮੇਰੀਆਂ ਸੋਚਾਂ ਤੁਹਾਡੇ ਲਾਭ ਲਈ ਨੇ। ਆਮੈਨ, ਹਾਲੇਲੂਇਆ। ਹੁਣ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਮੇਰੀਆਂ ਸੋਚਾਂ ਤੁਹਾਡੇ ਲਾਭ ਲਈ ਆ, ਤੇ ਸਾਨੂੰ ਆਸ ਰੱਖਣੀ ਪਏਗੀ। ਠੀਕ ਹੈ ਪ੍ਰਭੂ, ਅੰਦਰ ਮੇਰੀ ਇੱਕ ਆਸ਼ਾ ਆ ਕਿ ਪ੍ਰਭੂ ਨੇ ਜੋ ਕਿਹਾ ਉਹ ਪੂਰਾ ਹੋਏਗਾ। ਹੋਪ ਜਿਹੜੀ ਆ, ਆਸ਼ਾ ਜਿਹੜੀ ਆ, ਉਹ ਅਸੀਂ ਪ੍ਰੈਜ਼ੈਂਟ ਦੇ ਵਿੱਚ ਕਰਨੀ ਆ ਕਿ ਉਹ ਫਿਊਚਰ ਦੇ ਵਿੱਚ ਸਾਡੀ ਲਾਈਫ ਦੇ ਵਿੱਚ ਪੂਰੀ ਹੋਵੇ। ਚਾਹੇ ਉਹ ਜੇ ਅਗਲਾ ਮਿੰਟ ਵੀ ਹੈ, ਅਗਲਾ ਸੈਕਿੰਡ ਵੀ ਹੈ, ਤੇ ਉਹ ਸਾਡੇ ਫਿਊਚਰ ਦੇ ਵਿੱਚ ਬਦਲ ਜਾਂਦਾ ਹੈ। ਆਮੈਨ। ਪਰ ਉਸ ਤੋਂ ਪਹਿਲਾਂ ਸਾਨੂੰ ਆਸ਼ਾ ਰੱਖਣ ਦੀ ਲੋੜ ਹੈ, ਸਾਨੂੰ ਵਿਸ਼ਵਾਸ ਕਰਨ ਦੀ, ਸਾਨੂੰ ਆਸ ਰੱਖਣ ਦੀ ਲੋੜ ਹੈ ਕਿ ਜੇ ਪ੍ਰਭੂ ਨੇ ਬੋਲਿਆ ਤੇ ਇਹ ਹੋਏਗਾ ਹੀ ਹੋਏਗਾ, ਕਿਉਂਕਿ ਪ੍ਰਭੂ ਦੇ ਵਚਨ ਅਟਲ ਨੇ। ਆਮੈਨ। ਪ੍ਰਭੂ ਦਾ ਵਚਨ ਝੂਠਾ ਨਹੀਂ ਆ। ਪ੍ਰਭੂ ਦਾ ਵਚਨ ਗੁਣਕਾਰੀ ਹੈ, ਸਾਮਰਥੀ ਹੈ, ਜੀਵਿਤ ਵਚਨ ਹੈ। ਆਮੈਨ। ਤੇ ਜੇ ਅਸੀਂ ਮੰਨ ਲਓ ਹੋਪ ਰੱਖੀ ਨਾ, ਜੇ ਅਸੀਂ ਆਸ਼ਾ ਆਪਣੇ ਅੰਦਰ ਹੀ ਉਹਨੂੰ ਮਾਰ ਦਿੱਤਾ, ਖਤਮ ਕਰ ਦਿੱਤਾ, ਤੇ ਫਿਰ ਉਹ ਆਸ਼ਾ ਨਹੀਂ ਰਹਿ ਜਾਂਦੀ, ਉਹ ਆਸ ਨਹੀਂ ਰਹਿ ਜਾਂਦੀ, ਤੇ ਉਹ ਪੂਰੀ ਵੀ ਨਹੀਂ ਹੋਏਗੀ। ਆਮੈਨ। ਇੱਕ ਸਪੈਸੀਫਿਕ ਇੱਕ ਵਰਸ ਜਿਹੜੀ ਮੈਂ ਤੁਹਾਨੂੰ ਦੇਣ ਦੇ ਲਈ ਜਾ ਰਹੀ ਹਾਂ, ਅਸੀਂ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ। ਉਹਦੇ ਵਿੱਚੋਂ ਤੁਹਾਨੂੰ ਮੈਂ 5 ਗੱਲਾਂ ਸਿਖਾਵਾਂਗੀ। 5 ਵਰਡ ਜਿਹੜੇ ਨੇ ਉਹ ਆਪਾਂ ਸਿੱਖਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਆਸ਼ਾ ਦੇ ਉੱਪਰ, ਔਰ ਉਹ ਪਰਸਨਲੀ ਮੈਂ ਆਪਣੀ ਲਾਈਫ ਦੇ ਵਿੱਚ ਪ੍ਰੈਕਟੀਕਲ ਕਰ ਚੁੱਕੀ ਹਾਂ। ਆਮੈਨ। ਪੌਲੁਸ ਤਿਮੋਥੀ ਨੂੰ ਕਹਿੰਦਾ ਹੈ ਕਿ ਤੇਰਾ ਜਿਹੜਾ ਪ੍ਰਚਾਰ ਆ ਉਹ ਤੇਰੀ ਲਾਈਫ ਦੇ ਨਾਲ ਮੈਚ ਕਰਨਾ ਚਾਹੀਦਾ ਹੈ। ਮੈਂ ਵੀ ਹਰ ਵਾਰੀ ਕਹਿੰਦੀ ਹਾਂ ਫਸਟ ਅਪਲਾਈ ਦੈਨ ਸਪਲਾਈ। ਪਹਿਲਾਂ ਉਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਹੋਵੇ, ਫਿਰ ਅਸੀਂ ਦੂਸਰਿਆਂ ਨੂੰ ਸੁਣਾ ਸਕੀਏ। ਇਹ ਨਹੀਂ ਕਿ ਮੈਂ ਪੜ੍ਹ ਲਿਆ ਔਰ ਸ਼ਾਇਦ ਜਿਹੜੇ ਸੁਣਨ ਵਾਲੇ ਨੇ ਇਹ ਉਹਨਾਂ ਦੇ ਲਈ ਆ, ਮੇਰੇ ਲਈ ਨਹੀਂ, ਪਰ ਸਭ ਤੋਂ ਪਹਿਲਾਂ ਇਹ ਮੇਰੇ ਲਈ ਹੈ। ਆਮੈਨ, ਹਾਲੇਲੂਇਆ। ਆਈਏ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਰੋਮੀਆਂ 5 ਅਧਿਆਏ ਉਹਦੀ 4 ਆਇਤ ਕੱਢੀਏ। ਰੋਮੀਆਂ 5 ਅਧਿਆਏ ਉਹਦੀ 4 ਆਇਤ ਕੱਢੀਏ। ਅਸੀਂ ਹੋਰ ਜ਼ਿਆਦਾ ਹੋਪ ਦੇ ਬਾਰੇ, ਆਸ ਦੇ ਬਾਰੇ ਸਿੱਖਾਂਗੇ। ਆਮੈਨ। ਇਸ ਜਗ੍ਹਾ ਤੇ ਲਿਖਿਆ ਹੈ, ਮੈਂ ਪੜ੍ਹ ਰਹੀ ਹਾਂ, ਤੁਸੀਂ ਸੁਣੋ। ਔਰ ਜਿਨ੍ਹਾਂ ਦੇ ਕੋਲ ਬਾਈਬਲ ਹੈ, ਆਪਣੀ ਬਾਈਬਲ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਆਪਣੀ ਡਾਇਰੀ ਦੇ ਉੱਪਰ ਪ੍ਰਭੂ ਦੇ ਵਚਨ ਨੂੰ ਨੋਟ ਕਰਿਆ ਕਰੋ। ਇਸ ਜਗ੍ਹਾ ਤੇ ਲਿਖਿਆ ਹੈ, ਰੋਮੀਆਂ 5 ਦੀ 4 ਦੇ ਵਿੱਚ ਪੜਾਂਗੇ। ਅਤੇ ਧੀਰਜ ਦ੍ਰਿੜਤਾ ਅਤੇ ਦ੍ਰਿੜਤਾ ਆਸ ਪੈਦਾ ਕਰਦੀ ਹੈ। ਧੀਰਜ
ਔਰ ਉਸ ਤੋਂ ਪਹਿਲਾਂ ਅਸੀਂ 3 ਤੋਂ ਸ਼ੁਰੂ ਕਰਾਂਗੇ। ਮੈਂ 3 ਤੋਂ ਪੜਾਂਗੀ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇ। 3 ਆਇਤ ਦੇ ਵਿੱਚ ਲਿਖਿਆ ਹੈ, ਨਿਰਾ ਇਹੋ ਨਹੀਂ ਸਗੋਂ ਬਿਪਤਾ ਵਿੱਚ ਅਭਿਮਾਨ ਕਰੀਏ, ਬਿਪਤਾ ਵਿੱਚ ਗਰਵ ਕਰੀਏ। ਧਿਆਨ ਦੇ ਨਾਲ ਸੁਣਨਾ, ਨਿਰਾ ਇਹੋ ਨਹੀਂ ਸਗੋਂ ਬਿਪਤਾ ਵਿੱਚ ਅਭਿਮਾਨ ਕਰੀਏ, ਕਿਉਂ ਜੋ ਇਹ ਜਾਣਦੇ ਹਾਂ ਭਈ ਬਿਪਤਾ ਧੀਰਜ ਪੈਦਾ ਕਰਦੀ ਹੈ ਅਤੇ ਧੀਰਜ ਦ੍ਰਿੜਤਾ ਅਤੇ ਦ੍ਰਿੜਤਾ ਆਸ ਪੈਦਾ ਕਰਦੀ ਹੈ। ਅੱਗੇ ਪੜਾਂਗੇ, ਅਤੇ ਆਸ ਸ਼ਰਮਿੰਦਿਆ ਨਹੀਂ ਕਰਦੀ। ਇਸ ਲਈ ਜੋ ਪਰਮੇਸ਼ਵਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ। ਆਮੇਨ। ਇਹ ਵਰਸ, ਇਹ ਪ੍ਰਭੂ ਦਾ ਵਚਨ ਤੁਸੀਂ ਜੇ ਪੜ੍ਹ ਲਿੱਤਾ ਆ ਤੇ 5 ਸ਼ਬਦ ਜਿਹੜੇ ਨੇ ਇਹਨਾਂ ਦੇ ਉੱਤੇ ਆਪਣਾ ਧਿਆਨ ਜਿਹੜਾ ਆ ਉਹ ਲਗਾਈਏ। ਇਸ ਜਗ੍ਹਾ ਤੇ ਲਿਖਿਆ ਕਿ ਬਿਪਤਾ ਜਿਹੜੀ ਪਰੇਸ਼ਾਨੀ ਹੈ, ਜਿਹੜੀ ਬਿਪਤਾ ਹੈ, ਉਹ ਧੀਰਜ ਪੈਦਾ ਕਰਦੀ ਹੈ। 1 ਨੰਬਰ ਲਿਖੋ, ਫਸਟ ਨੰਬਰ ਲਿਖੋ ਬਿਪਤਾ। 1 ਨੰਬਰ ਲਿਖ ਕੇ ਲਿਖ ਲਓ ਬਿਪਤਾ। ਸੈਕਿੰਡ ਨੰਬਰ ਉਹਦੇ ਨੀਚੇ ਲਿਖੋ ਧੀਰਜ। ਧੀਰਜ ਤੋਂ ਬਾਅਦ 3rd ਨੰਬਰ ਤੇ ਲਿਖੋ ਦ੍ਰਿੜਤਾ। ਦ੍ਰਿੜਤਾ ਤੋਂ ਬਾਅਦ ਲਿਖੋ ਆਸ। ਆਸ ਦੇ ਨੀਚੇ ਲਿਖੋ ਸ਼ਰਮਿੰਦਗੀ, ਸ਼ਰਮਿੰਦਿਆ। ਠੀਕ ਹੈ, ਇਹ ਤੁਸੀਂ ਚੀਜ਼ਾਂ ਲਿਖ ਲਈਆਂ, ਬਿਪਤਾ, ਧੀਰਜ, ਦ੍ਰਿੜਤਾ, ਆਸ, ਸ਼ਰਮਿੰਦਗੀ। 5 ਚੀਜ਼ਾਂ ਤੁਸੀਂ ਲਿਖ ਚੁੱਕੇ ਹੋ। 1st, 2nd, 3rd, 4th, 5th 5 ਚੀਜ਼ਾਂ ਜੋ ਮੈਂ ਰਾਤੀ ਵੀ ਲਿਖੀਆਂ ਸੀ ਪ੍ਰਭੂ ਦੇ ਵਚਨ ਦੇ ਵਿੱਚੋਂ, ਔਰ ਪ੍ਰਭੂ ਮੈਨੂੰ ਸਿਖਾ ਰਹੇ ਸੀ, ਔਰ ਇਹ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਤੁਹਾਨੂੰ ਦੱਸ ਰਹੀ ਹਾਂ। ਮੈਂ ਪ੍ਰੈਕਟੀਕਲ ਕਰ ਚੁੱਕੀ ਹਾਂ ਇਸ ਵਰਸ ਨੂੰ, ਪ੍ਰਭੂ ਦੇ ਵਚਨ ਨੂੰ ਆਪਣੀ ਲਾਈਫ ਦੇ ਵਿੱਚ ਪੂਰਾ ਹੁੰਦਿਆਂ ਦੇਖ ਚੁੱਕੀ ਹਾਂ। ਆਮੇਨ, ਹਾਲੇਲੂਇਆ। ਮੈਂ ਬਹੁਤ ਪਰੇਸ਼ਾਨ ਸੀ, ਇੱਕ ਸਮਾਂ ਸੀ, ਬਹੁਤ ਜ਼ਿਆਦਾ ਪਰੇਸ਼ਾਨ ਸੀ, ਬਹੁਤ ਜ਼ਿਆਦਾ। ਔਰ ਮੈਂ ਆਪਣੀ ਪਰੇਸ਼ਾਨੀ ਦੇ ਵਿੱਚ ਲਿਖਿਆ ਨਾ ਬਿਪਤਾ, ਪਰੇਸ਼ਾਨੀ। ਪਹਿਲਾਂ ਜਦੋਂ ਤੁਸੀਂ ਵਰਡ ਪੜੋਗੇ ਲਿਖਿਆ ਬਿਪਤਾ, ਪਰੇਸ਼ਾਨੀ। ਮੈਂ ਪਰੇਸ਼ਾਨ ਸੀ, ਇੱਕ ਸਮਾਂ ਸੀ, ਬਹੁਤ ਜ਼ਿਆਦਾ ਪਰੇਸ਼ਾਨ ਸੀ, ਔਰ ਇੰਨੀ ਕੁ ਜ਼ਿਆਦਾ ਪਰੇਸ਼ਾਨ ਸੀ, ਮੈਂ ਰੋ ਰਹੀ ਸੀ। ਔਰ ਆਪਣੀ ਬਿਪਤਾ ਦੇ ਵਿੱਚ, ਪਰੇਸ਼ਾਨੀ ਦੇ ਵਿੱਚ ਮੈਂ ਪ੍ਰਭੂ ਦੇ ਅੱਗੇ ਘੁਟਨੇ ਟੇਕ ਕੇ ਔਰ ਮੈਂ ਪ੍ਰਾਰਥਨਾ ਕਰਨ ਲੱਗ ਗਈ। ਮੈਂ ਪ੍ਰਾਰਥਨਾ ਕਰਕੇ ਪ੍ਰਭੂ ਤੋਂ ਮੰਗ ਰਹੀ ਸੀ। ਮੈਂ ਕਿਹਾ ਪ੍ਰਭੂ, ਮੈਨੂੰ ਨਹੀਂ ਪਤਾ ਇਸ ਪ੍ਰੋਬਲਮ ਦੇ ਵਿੱਚੋਂ ਕਿੱਦਾਂ ਨਿਕਲਣਾ ਹੈ, ਪਰ ਤੁਸੀਂ ਮੈਨੂੰ ਦੱਸੋ ਮੈਂ ਇਸ ਪ੍ਰੋਬਲਮ ਦੇ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਦੀ ਹਾਂ। ਹਾਲੇਲੂਇਆ। ਅਸੀਂ ਇਸ ਮੁਸੀਬਤ ਵਿੱਚੋਂ ਕਿੱਦਾਂ ਨਿਕਲ ਸਕਦੇ ਆ। ਮੈਂ ਜਿੱਦਾਂ ਹੀ ਆਪਣੀ ਬਾਈਬਲ ਖੋਲੀ, ਅਚਾਨਕ ਮੈਂ ਕੋਈ ਰੈਗੂਲਰ ਨਹੀਂ ਸੀ ਪੜ੍ਹ ਰਹੀ, ਔਰ ਮੈਂ ਇਸ ਵਚਨ ਨੂੰ ਕਦੀ ਵੀ ਧਿਆਨ ਨਾਲ ਨਹੀਂ ਸੀ ਪੜ੍ਹਿਆ ਹੋਇਆ। ਮੈਂ ਜਿਸ ਤਰ੍ਹਾਂ ਹੀ ਆਪਣੀ ਬਾਈਬਲ ਖੋਲੀ, ਮੇਰੀ ਬਾਈਬਲ ਦੇ ਵਿੱਚ ਜਿੱਦਾਂ ਹੀ ਮੈਂ ਖੋਲੀ, ਸਿੱਧਾ ਮੇਰਾ ਧਿਆਨ ਪ੍ਰਭੂ ਨੇ ਇਸ ਵਚਨ ਦੇ ਉੱਤੇ ਕੇਂਦਰਿਤ ਕੀਤਾ। ਸਿੱਧਾ ਮੇਰਾ ਧਿਆਨ ਇਹਨਾਂ ਵਚਨਾਂ ਦੇ ਉੱਤੇ ਪਿਆ ਔਰ ਮੈਂ ਪੜ੍ਹਨ ਲੱਗ ਗਈ। ਮੈਂ ਸੋਚਣ ਲੱਗ ਗਈ, ਮੈਂ ਕਿਹਾ ਮੈਂ ਬਿਪਤਾ ਦੇ ਵਿੱਚ ਹਾਂ ਇਸ ਸਮੇਂ, ਔਰ ਇਸ ਜਗ੍ਹਾ ਤੇ ਲਿਖਿਆ ਬਿਪਤਾ ਜਿਹੜੀ ਆ ਉਹ ਧੀਰਜ ਪੈਦਾ ਕਰਦੀ ਹੈ। ਔਰ ਮੈਂ ਕਿਹਾ ਪ੍ਰਭੂ, ਮੈਂ ਬਿਪਤਾ ਦੇ ਵਿੱਚ ਆ, ਤੇ ਪਰਮੇਸ਼ਰ ਨੇ ਮੈਨੂੰ ਕਿਹਾ ਇਹ ਪੈਟਰਨ ਜਿਹੜਾ ਆ ਇਹਨੂੰ ਫੋਲੋ ਕਰ। ਇਹ ਵਰਸ ਦਾ ਜਿਹੜਾ ਪੈਟਰਨ ਪਰਮੇਸ਼ਰ ਨੇ ਬਣਾਇਆ, ਤੁਸੀਂ ਫੋਨ ਚਲਾਉਂਦੇ ਹੋ, ਪੈਟਰਨ ਬਣਾਉਂਦੇ ਹੋ ਫੋਨ ਤੇ, ਹੈਨਾ, ਕਿਸ ਤਰ੍ਹਾਂ ਬਣਾਉਂਦੇ ਹੋ ਤੁਹਾਨੂੰ ਪਤਾ ਹੈ। ਜਿਸ ਤਰ੍ਹਾਂ ਤੁਸੀਂ ਲੌਕ ਲਗਾਇਆ ਉਹਦਾ, ਜਿੱਦਾਂ ਜਿੱਦਾਂ ਫੋਲੋ ਕਰਦੇ ਜਾਓਗੇ, ਜਿੱਦਾਂ ਜਿੱਦਾਂ ਤੁਸੀਂ ਲਗਾਇਆ ਹੈ, ਜੇ ਉਹਦੇ ਮੁਤਾਬਿਕ ਉਹ ਪੈਟਰਨ ਨੂੰ ਚਲਾਓਗੇ ਤਾਂ ਤੁਹਾਡਾ ਫੋਨ ਖੁੱਲ ਜਾਏਗਾ, ਲੌਕ ਜਿਹੜਾ ਆ ਉਹ ਖੁੱਲ ਜਾਏਗਾ, ਹੈਨਾ। ਇਸੇ ਤਰ੍ਹਾਂ ਪ੍ਰਭੂ ਨੇ ਮੈਨੂੰ ਬੋਲਿਆ, ਜੇ ਤੂੰ ਇਸ ਪੈਟਰਨ ਨੂੰ ਫੋਲੋ ਕਰ ਲਿਆ ਤੇ ਤੇਰੀ ਆਸ ਨਹੀਂ ਟੁੱਟੇਗੀ। ਆਮੇਨ। ਤੂੰ ਜਿਸ ਚੀਜ਼ ਲਈ ਪਰੇਸ਼ਾਨ ਹੈ ਆ, ਉਹ ਪਰੇਸ਼ਾਨੀ ਤੇਰੀ ਦੂਰ ਹੋ ਜਾਏਗੀ। ਮੈਂ ਤੁਹਾਨੂੰ ਸਮਝਾਨੀ ਹੈ, ਚੰਗੀ ਤਰ੍ਹਾਂ ਤੁਸੀਂ ਇਸ ਵਚਨ ਨੂੰ ਸੁਣਨਾ। ਜਦੋਂ ਮੈਂ ਬਿਪਤਾ ਦੇ ਵਿੱਚ ਸੀ, ਪਹਿਲੇ ਨੰਬਰ ਤੇ ਸੀ ਬਿਪਤਾ ਲਿਖਿਆ, ਸੈਕਿੰਡ ਨੰਬਰ ਤੇ ਪ੍ਰਭੂ ਨੇ ਮੈਨੂੰ ਕਿਹਾ ਧੀਰਜ ਰੱਖ। ਆਮੇਨ। ਜੇ ਤੁਸੀਂ ਵੀ ਅੱਜ ਸੁਣ ਰਹੇ ਹੋ, ਬਿਪਤਾ ਦੇ ਵਿੱਚ ਹੋ, ਪਰੇਸ਼ਾਨੀ 'ਚ ਹੋ, ਤੇ ਤੁਸੀਂ ਵੀ ਇਸੇ ਪੈਟਰਨ ਨੂੰ ਫੋਲੋ ਕਰਨਾ। ਆਮੇਨ, ਹਾਲੇਲੂਇਆ। ਬਿਪਤਾ ਦੇ ਵਿੱਚ ਹੋ, ਪ੍ਰਭੂ ਨੇ ਕਿਹਾ ਧੀਰਜ ਰੱਖ। ਆਮੇਨ। ਮੈਂ ਕਿਹਾ ਠੀਕ ਹੈ ਪ੍ਰਭੂ, ਮੈਂ ਧੀਰਜ ਰੱਖਦੀ। ਮੈਂ ਹੌਸਲਾ ਕੀਤਾ, ਥੋੜਾ ਜਿਹਾ ਹੌਸਲਾ ਕੀਤਾ ਕਿ ਪ੍ਰਭੂ ਦਾ ਵਚਨ ਸੱਚਾ ਹੈ। ਆਮੇਨ। ਮੈਂ ਧੀਰਜ ਰੱਖਿਆ, ਔਰ ਧੀਰਜ ਦੇ ਨਾਲ ਨਾਲ ਪ੍ਰਭੂ ਨੇ ਕਿਹਾ ਕੱਲਾ ਧੀਰਜ ਹੀ ਨਹੀਂ, ਤੈਨੂੰ ਮਜ਼ਬੂਤ ਹੋਣਾ ਪੈਣਾ, ਦ੍ਰਿੜ ਹੋਣਾ ਪੈਣਾ ਹੈ। ਆਮੇਨ। ਧੀਰਜ ਰੱਖ ਲਿਆ। ਮੈਂ ਕਿਹਾ ਠੀਕ ਹੈ ਪ੍ਰਭੂ, ਤੁਸੀਂ ਕਿਹਾ ਧੀਰਜ ਰੱਖ। ਮੈਂ ਧੀਰਜ ਰੱਖਿਆ, ਔਰ ਪ੍ਰਭੂ ਨੇ ਬੋਲਿਆ ਧੀਰਜ ਦੇ ਨਾਲ ਨਾਲ ਦ੍ਰਿੜਤਾ। ਆਮੇਨ, ਹਾਲੇਲੂਇਆ। ਦ੍ਰਿੜਤਾ ਦੇ ਪਿੱਛੇ ਆਸ ਵੀ ਰੱਖਣੀ ਆ, ਆਸ਼ਾ ਰੱਖਣੀ ਹੈ। ਇਹ ਆਸ ਰੱਖਣੀ ਆ ਕਿ ਮੈਂ ਇਸ ਮੁਸੀਬਤ ਦੇ ਵਿੱਚੋਂ ਨਿਕਲਾਂਗੀ। ਮੈਨੂੰ ਵਿਸ਼ਵਾਸ ਹੈ ਪ੍ਰਭੂ, ਮੈਂ ਆਸ਼ਾ ਕਰਦੀ ਹਾਂ ਤੁਹਾਡੇ ਤੇ। ਆਮੇਨ। ਮੈਂ ਕਿਹਾ ਠੀਕ ਹੈ ਪ੍ਰਭੂ,
ਮੈਂ ਆਸ਼ਾ ਕਰਦੀ ਹਾਂ, ਮੈਂ ਵਿਸ਼ਵਾਸ ਕਰਦੀ ਹਾਂ, ਚਾਂਸਸ ਤਾਂ ਨਹੀਂ ਲੱਗ ਰਹੇ ਮੈਨੂੰ ਨਿਕਲਣ ਦੇ। ਆਮੈਨ। ਚਾਂਸਸ ਤਾਂ ਨਹੀਂ ਲੱਗ ਰਹੇ ਮੈਨੂੰ ਇਸ ਮੁਸੀਬਤ ਦੇ ਵਿੱਚੋਂ ਨਿਕਲਣ ਦੇ, ਪਰ ਮੈਂ ਕਿਹਾ ਪ੍ਰਭੂ ਮੈਂ ਆਸ ਕਰਦੀ ਹਾਂ। ਹਾਲੇਲੂਇਆ। ਹੋ ਸਕਦਾ ਅੱਜ ਤੁਸੀਂ ਵੀ ਜਿੰਨੇ ਜਨ ਦੇਖ ਰਹੇ ਹੋ, ਤੁਸੀਂ ਬਿਪਤਾ ਦੇ ਵਿੱਚ ਹੋ ਜਾਂ ਪਰੇਸ਼ਾਨੀ 'ਚ ਹੋ, ਜਾਂ ਹੋ ਸਕਦਾ ਤੁਸੀਂ ਨਾ ਹੋਵੋ, ਕੋਈ ਹੋਰ ਹੋਵੇ ਜਿਹੜਾ ਪਰੇਸ਼ਾਨੀ 'ਚ ਹੈ, ਬਿਪਤਾ 'ਚ ਹੈ, ਆਪਣੀ ਉਹਨਾਂ ਮੁਸੀਬਤਾਂ ਦੇ ਵਿੱਚ ਹੈ ਜਿਹੜੀਆਂ ਉਹਦੀ ਲਾਈਫ ਦੇ ਵਿੱਚ ਚੱਲ ਰਹੀਆਂ ਨੇ। ਤੁਸੀਂ ਉਹਨਾਂ ਨੂੰ ਇਹ ਵਚਨ ਦੇ ਦੁਆਰਾ ਕੰਫਰਟ ਕਰ ਸਕਦੇ ਹੋ, ਪ੍ਰਭੂ ਦੇ ਵਚਨ ਦੇ ਵਿੱਚੋਂ ਤਸੱਲੀ ਦੇ ਸਕਦੇ ਹੋ। ਜਾਂ ਹੋ ਸਕਦਾ ਤੁਹਾਨੂੰ ਜ਼ਰੂਰਤ ਹੈ, ਔਰ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਬਿਪਤਾ ਦੇ ਵਿੱਚ ਆ ਸਾਨੂੰ ਧੀਰਜ ਰੱਖਣ ਦੀ ਲੋੜ ਹੈ, ਔਰ ਧੀਰਜ ਪ੍ਰਭੂ ਦੇ ਵਚਨ 'ਚ ਲਿਖਿਆ ਉਹਦੇ ਬਾਅਦ ਦ੍ਰਿੜ ਰਹਿਣ ਦੀ ਲੋੜ ਹੈ। ਆਮੈਨ। ਦ੍ਰਿੜ ਤੋਂ ਬਾਅਦ ਆਸ ਆ। ਹਾਲੇਲੂਇਆ। ਆਸ ਜਿਹੜੀ ਆ ਲਿਖਿਆ ਆ ਅੱਗੇ ਜਦੋਂ ਪੜੋਗੇ 5ਵਾਂ ਨੰਬਰ, ਆਸ ਜਿਹੜੀ ਆ ਉਹ ਸ਼ਰਮਿੰਦਿਆਂ ਨਹੀਂ ਹੋਣ ਦਿੰਦੀ। ਆਮੈਨ। ਜਦੋਂ ਮੈਂ ਇਸ ਲਾਈਨ ਨੂੰ ਪੜਿਆ, ਆਸ ਜਿਹੜੀ ਸ਼ਰਮਿੰਦਿਆਂ ਨਹੀਂ ਹੋਣ ਦਿੰਦੀ, ਮੇਰੇ ਅੰਦਰ ਬਹੁਤ ਖੁਸ਼ੀ ਇੱਕ ਆਈ, ਇੱਕ ਆਨੰਦ ਆਇਆ। ਮੈਂ ਕਿਹਾ ਪ੍ਰਭੂ ਮੈਂ ਆਸ ਕਰਦੀ ਹਾਂ ਕਿ ਮੈਂ ਇਸ ਪ੍ਰੋਬਲਮ ਦੇ ਵਿੱਚੋਂ ਨਿਕਲਾਂਗੀ। ਆਮੈਨ। ਔਰ ਤੁਸੀਂ ਮੈਨੂੰ ਸ਼ਰਮਿੰਦਿਆਂ ਨਾ ਹੋਣ ਦੇਣਾ ਪਰਮੇਸ਼ਵਰ, ਮੈਂ ਸ਼ਰਮਿੰਦਿਆਂ ਨਾ ਹੋਵਾਂ, ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਜਿਹੜੇ ਮੇਰੀ ਔਰ ਤੱਕਦੇ ਰਹਿਣਗੇ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ। ਆਮੈਨ। ਜਿਹੜੇ ਪ੍ਰਭੂ ਦੇ ਬੇਟੇ ਬੇਟੀਆਂ ਆ, ਪ੍ਰਭੂ ਦੇ ਵਿੱਚ ਚੱਲਣ ਵਾਲੇ ਨੇ, ਪ੍ਰਭੂ ਨੂੰ ਵੇਖਦੇ ਰਹਿੰਦੇ ਨੇ ਆਪਣੇ ਹਰ ਇੱਕ ਰਸਤੇ ਦੇ ਵਿੱਚ, ਆਪਣੇ ਲਾਈਫ ਦੇ ਹਰ ਇੱਕ ਡਿਸੀਜ਼ਨ ਦੇ ਵਿੱਚ ਪ੍ਰਭੂ ਨੂੰ ਵੇਖਦੇ ਰਹਿੰਦੇ ਨੇ, ਪ੍ਰਭੂ ਤੋਂ ਪੁੱਛ ਕੇ ਹਰ ਇੱਕ ਕੰਮ ਕਰ ਰਹੇ ਨੇ, ਉਹ ਕਦੀ ਵੀ ਸ਼ਰਮਿੰਦਿਆਂ ਨਹੀਂ ਹੋਣਗੇ। ਆਮੈਨ। ਔਰ ਇਸ ਜਗ੍ਹਾ ਤੇ ਪ੍ਰਭੂ ਨੇ ਮੈਨੂੰ ਬੋਲਿਆ ਤੂੰ ਇਹ ਪੈਟਰਨ ਫੋਲੋ ਕਰ। ਆਮੈਨ। ਪਰਮੇਸ਼ਰ ਨੇ ਮੈਨੂੰ ਬੋਲਿਆ ਤੂੰ ਇਹ ਪੈਟਰਨ ਜਿਹੜਾ ਇਹਨੂੰ ਫੋਲੋ ਕਰ। ਜਿੱਦਾਂ ਤੂੰ ਪੈਟਰਨ ਨੂੰ ਫੋਲੋ ਕਰੇਗੀ, ਲਾਸਟ ਵਰਡ ਜਿਹੜਾ ਹੈ ਆਸ ਤੋਂ ਬਾਅਦ ਸ਼ਰਮਿੰਦਿਆਂ, ਜਦੋਂ ਆਸ ਤੱਕ ਪਹੁੰਚ ਜਾਏਗੀ, ਜਿਹੜੀ ਆਸ ਆ, ਜਦੋਂ ਤੂੰ ਪੂਰੀ ਆਸ ਕਰ ਲੇਂਗੀ, ਆਸ ਮਤਲਬ ਫਿਊਚਰ ਦੇ ਵਿੱਚ ਚੀਜ਼ ਹਜੇ ਹੋਈ ਨਹੀਂ ਹੈ। ਫਿਊਚਰ ਦੇ ਵਿੱਚ ਮੰਨ ਲਓ ਕੋਈ ਬਿਮਾਰੀ ਹੈ ਸਾਡੀ ਲਾਈਫ 'ਚ ਚੱਲ ਰਹੀ ਹੈ, ਕੋਈ ਵਿਪਤਾ ਹੈ ਜਿਹਦੇ ਵਿੱਚ ਅਸੀਂ ਇਸ ਟਾਈਮ ਖੜੇ ਆ, ਉਹਦੇ ਨਾਲ ਲੜ ਰਹੇ ਆ, ਪਰ ਮੈਂ ਅੰਦਰ ਆਸ ਰੱਖਦੀ ਹਾਂ ਕਿ ਮੈਂ ਇਹਦੇ ਚੋਂ ਬਾਹਰ ਨਿਕਲਾਂਗੀ, ਇਹਦੇ ਉੱਤੇ ਫਤਹ ਪ੍ਰਾਪਤ ਕਰਾਂਗੀ। ਆਮੈਨ। ਹਾਲੇਲੂਇਆ। ਮੇਰਾ ਪਰਮੇਸ਼ਰ ਮੇਰੇ ਨਾਲ ਹੈ, ਮੈਂ ਇਹਦੇ ਉੱਤੇ ਜਿੱਤ ਪ੍ਰਾਪਤ ਕਰਾਂਗਾ। ਜਿਹੜੀ ਆਸ ਆ ਉਹ ਲਾਸਟ ਜਿਹੜਾ ਸ਼ਬਦ ਆਂਦਾ ਸ਼ਰਮਿੰਦਗੀ, ਆਸ ਜਿਹੜੀ ਸਾਨੂੰ ਸ਼ਰਮਿੰਦਿਆਂ ਨਹੀਂ ਹੋਣ ਦੇਗੀ। ਆਮੈਨ। ਹਾਲੇਲੂਇਆ। ਤੇ ਜੇ ਇਹਦੇ ਵਿੱਚੋਂ ਇੱਕ ਵੀ ਚੀਜ਼ ਅਸੀਂ ਮਿਸ ਕਰਤੀ, ਅਸੀਂ ਗਲਤ ਪੈਟਰਨ ਜਿਹੜਾ ਆ ਉਹ ਲਗਾ ਲਵਾਂਗੇ, ਫਿਰ ਹੋ ਸਕਦਾ ਆ ਅਸੀਂ ਲਾਸਟ ਤੱਕ ਨਾ ਪਹੁੰਚ ਪਾਈਏ। ਆਮੈਨ। ਹਾਲੇਲੂਇਆ। ਹੋ ਸਕਦਾ ਅਸੀਂ ਲਾਸਟ ਤੱਕ ਨਾ ਪਹੁੰਚ ਪਾਈਏ, ਕਿਉਂਕਿ ਪ੍ਰਭੂ ਨੇ ਇਹ ਪੈਟਰਨ ਜਿਹੜਾ ਤਿਆਰ ਕੀਤਾ ਆ। ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਇੱਕ ਪ੍ਰਭੂ ਨੇ ਇੱਕ ਸ਼ਬਦ ਦਿੱਤਾ ਆ, ਉਹਦੇ ਅਨੁਸਾਰ ਚੱਲਾਂਗੇ, ਉਹਨੂੰ ਫੋਲੋ ਕਰਾਂਗੇ, ਫਿਰ ਹੀ ਅਸੀਂ ਸ਼ਰਮਿੰਦਿਆਂ ਨਹੀਂ ਹੋਵਾਂਗੇ। ਆਮੈਨ। ਪਰ ਉਸ ਤੋਂ ਪਹਿਲਾਂ ਸਾਨੂੰ ਆਸ ਕਰਨ ਦੀ ਜ਼ਰੂਰਤ ਆ। ਆਸ ਲਿਖਿਆ ਹੈ ਕਦੀ ਵੀ ਤੁਹਾਨੂੰ ਸ਼ਰਮਿੰਦਿਆਂ ਹੋਣ ਨਹੀਂ ਦੇਗੀ, ਪਰ ਉਸ ਤੋਂ ਪਹਿਲਾਂ ਸਾਨੂੰ ਆਸ ਰੱਖਣ ਦੀ ਲੋੜ ਹੈ। ਆਮੈਨ। ਹਾਲੇਲੂਇਆ। ਸਾਨੂੰ ਪ੍ਰਭੂ ਤੇ ਆਸ ਲਗਾਉਣ ਦੀ ਲੋੜ ਹੈ। ਜਦੋਂ ਤੁਸੀਂ ਨੀਤੀ ਵਚਨ, ਜਦੋਂ ਮੈਂ ਤੁਹਾਨੂੰ ਦੱਸ ਰਹੀ ਕਹਾਵਤਾਂ ਦੀ ਕਿਤਾਬ, ਉਹਦਾ 23 ਅਧਿਆਇ, ਉਹਦੀ 18 ਆਇਤ ਜਦੋਂ ਤੁਸੀਂ ਪੜ੍ਹ ਰਹੇ ਸੀ, ਉਹਦੇ ਵਿੱਚ ਲਿਖਿਆ ਤੇਰੀ ਆਸ਼ਾ ਨਹੀਂ ਟੁੱਟੇਗੀ। ਆਮੈਨ। ਜਿਹੜੀ ਵੀ ਆਸ਼ਾ, ਜਿਹੜੀ ਵੀ ਆਸ ਤੁਸੀਂ ਲਗਾਈ ਆ, ਪ੍ਰਭੂ ਕਹਿ ਰਿਹਾ ਆ ਉਹ ਆਸ਼ਾ ਨਹੀਂ ਟੁੱਟੇਗੀ। ਯੈਸ। ਬਿਪਤਾ, ਧੀਰਜ, ਦ੍ਰਿੜਤਾ, ਆਸ, ਸ਼ਰਮਿੰਦਗੀ, ਸ਼ਰਮਿੰਦਾ ਜਿਹੜਾ ਆ ਉਹ ਅੱਗੇ ਨਹੀਂ ਹੋਣ ਦੇਗਾ। ਆਮੈਨ। 23 ਦੀ 18 ਦੇ ਵਿੱਚ ਲਿਖਿਆ ਤੇਰੀ ਆਸ ਜਿਹੜੀ ਆ ਉਹ ਨਹੀਂ ਟੁੱਟੇਗੀ, ਪ੍ਰਭੂ ਕਹਿ ਰਿਹਾ। ਯਿਰਮੀਆ ਦੇ ਵਿੱਚ ਮੈਂ ਤੁਹਾਨੂੰ ਦੱਸ ਰਹੀ ਸੀ, ਪ੍ਰਭੂ ਦਾ ਵਚਨ ਕਹਿ ਰਿਹਾ ਕਿ ਜਿਹੜੇ ਮੇਰੇ ਪਲਾਨ ਨੇ, ਪ੍ਰਭੂ ਦੇ ਪਲਾਨ ਨੇ ਜਿਹੜੇ ਸਾਡੇ ਵਿਸ਼ੇ ਦੇ ਲਈ, ਉਹ ਸਾਡੇ ਲਾਭ ਦੇ ਲਈ ਆ, ਪਰ ਉਸ ਤੋਂ ਪਹਿਲਾਂ ਕਿ ਉਹ ਪਲਾਨ ਪੂਰੇ ਹੋਣ ਸਾਨੂੰ ਆਸ ਰੱਖਣੀ ਪੈਣੀ ਹੈ। ਮੰਨ ਲਓ ਕੋਈ ਪ੍ਰੋਫੈਟਿਕ ਵਰਡ ਪਰਮੇਸ਼ਰ ਦੇ ਜਾਣੇ ਤੁਹਾਨੂੰ ਦਿੱਤੇ ਆ, ਜਾਂ ਪ੍ਰਭੂ ਨੇ ਖੁਦ ਤੁਹਾਡੇ ਨਾਲ ਗੱਲ ਕੀਤੀ ਹੈ, ਉਹ ਹਜੇ ਤੱਕ ਪੂਰੇ ਨਹੀਂ ਹੋਏ, ਉਹਦੇ ਵਾਸਤੇ ਸਾਨੂੰ ਆਸ ਰੱਖਣ ਦੀ ਲੋੜ ਆ। ਚਾਹੇ ਅਸੀਂ ਕਿਸੇ ਵੀ ਮੁਸੀਬਤ ਦੇ ਵਿੱਚ ਖੜੇ ਆ, ਚਾਹੇ ਕਿਸੇ ਵੀ ਪਰੇਸ਼ਾਨੀ 'ਚ ਖੜੇ ਆ, ਪਰ ਸਾਨੂੰ ਆਸ ਰੱਖਣ ਦੀ ਲੋੜ ਆ। ਆਸ ਜਿਹੜੀ ਆ ਉਹ ਸ਼ਰਮਿੰਦਿਆਂ ਨਹੀਂ ਹੋਣ ਦੇਗੀ। ਜੇ ਸਾਡੇ ਅੰਦਰ ਆਸ ਹੀ ਮਰ ਗਈ, ਜੇ ਉਹਨੂੰ ਅੰਦਰ ਹੀ ਦਫਨਾ ਦਿੱਤਾ, ਜਾਂ ਆਸ ਰੱਖੀ ਨਾ, ਜੇ ਡਾਊਟ ਰੱਖ ਲਿਆ, ਆਸ ਦੀ ਜਗ੍ਹਾ ਜੇ ਅਸੀਂ ਡਾਊਟ ਰੱਖ ਲਿਆ, ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ, ਉਹ ਅਸੀਂ ਸਹੀ ਢੰਗ ਦੇ ਨਾਲ ਆਸ ਨਹੀਂ ਕਰ ਰਹੇ, ਉਹ ਅਸੀਂ ਡਾਊਟ ਕਰ ਰਹੇ ਹਾਂ। ਇਹਨਾਂ ਵਚਨਾਂ ਨੂੰ ਧਿਆਨ ਦੇ ਨਾਲ ਸਿੱਖਣਾ। ਜੇ ਅੰਦਰ ਸ਼ੱਕ ਆ,
फिर उस जगह ते आस नहीं हो सकती। हालेलुया। या शक रहेगा या आस रहेगी, एक चीज रखनी पैनी तुहानू, या शक या आस। हालेलुया। तो ये डिसाइड असी करना है, असी रॉन्ग पैटर्न तो नहीं लगा रहे। आमीन। असी ये ध्यान रखना असी सही पैटर्न लगा रहे हैं या रॉन्ग पैटर्न लगा रहे हैं। आमीन। हालेलुया। सो प्रभु दा वचन जिद्दां सानू सिखा रहा, सानू उस तरह चलण दी लोड़ है। आमीन। ਤਾਂ ਹੀ प्रभु ने ਜਿਹੜਾ ਇਹ ਪੈਟਰਨ ਦਿੱਤਾ ਹੈ, ਔਰ ਅਸੀਂ ਅੱਗੇ प्रभु ਦੇ वचन ਦੇ ਵਿੱਚੋਂ ਸਿੱਖਾਂਗੇ। रोमिया ਉਹਦਾ 4 ਅਧਿਆਇ ਉਹਦੀ 18 ਆਇਤ। रोमिया 4 ਅਧਿਆਇ, रोमन्स 4 चैप्टर 4 वर्स 18। इस जगह ते लिखिया होया है, जदों तुसी 18 अध्याय पढ़ोगे, सॉरी 18 वर्स पढ़ोगे, इस जगह ते लिखिया निराशा विच आस नाल उसने प्रतीत कीती। इस जगह ते आस शब्द तुसी पढ़ रहे हो। हालेलुया। लिखिया निराशा विच आस नाल उसने प्रतीत कीती पई उस वाक दे अनुसार कि तेरी अंश एव होएगी, वो बालियां कौमां दा पिता होएगा। हालेलुया। कल भी मैं तुहानू प्रभु दे वचन दे विचों अब्राहम दे बारे दस रही सी, जे तुसी ध्यान दे नाल सुनिया। उस जगह ते परमेश्वर उन्होंने कह रहा कि जिहड़ी तेरी अंश आ वो तारियां दे समान होएगी। आमीन। तेरी अंश तारियां दे समान होएगी। अब्राहम दे अंदर एक आस सी कि वो होएगी। हालेलुया। ये अब्राहम दी स्टोरी है जिहड़ी मैं तुहानू दस रही हां पढ़न दे लई। अब्राहम दी स्टोरी है। हालेलुया। और इस जगह ते लिखिया कि निराशा विच, निराशा क्यों? निराशा उस समय अब्राहम दे कोल बच्चे नहीं सी, बहुत साल बीत गए, वो बुजुर्ग सी, बुजुर्ग अवस्था दे विच सी, और उस समय वो निराश सी। हालेलुया। वो परेशानी च सी, निराश सी। लिखिया निराशा दे विच आस दे नाल, ध्यान दे नाल पढ़ो, निराशा दे विच आस दे नाल उन्हें प्रतीत कीती। आमीन। आशा जिहड़ी आ वो प्रभु दे वचन दे विचों सानू मिलदी है। आमीन। प्रभु ही, परमेश्वर ही साडी आशा आ, परमेश्वर ही सानू आस दिंदा है। मेरे बेटे, मेरी बेटी, हौसला रख, आशा रख, होप रख, आस रख, ये काम होएगा। आमीन। और इस जगह ते लिखिया है निराशा विच आस नाल उन्हें प्रतीत कीती। आमीन। आशा दे नाल अब्राहम ने प्रतीत कीती उस वाक दे अनुसार कि तेरी अंश ऐव होएगी, वो बालियां कौमां दा पिता होएगा, अते नेचा विच वो ढिल्ला ना होया, भावें वो 100 कु वरियां दा हो गया सी। किन्ने वरियां दा हो गया सी? 100 वरियां दा। नो 99 ईयर्स लिखिया 100 ईयर्स। आमीन। 100 कु वरियां दा हो गया सी। इस जगह ते तुसी जदों पढ़ रहे हो, इस जगह ते पूरी जिहड़ी गिनती है पूरी दित्ती गई है। 100 कु वरियां दा, 100 सालां दा जिहड़ा आ वो हो गया सी, 100 कु वरियां दा हो गया सी। जदों उन्हें ध्यान कीता पई मेरी देह हुण मुर्दे वर्गी हो गई है, नाले सारा दी कुख नूं सोका लग गया है। आमीन। ध्यान दे नाल जदों इहनूं पढ़ोगे, डीप की बीत रही है, सोच रहा है कि कोई आस नहीं है, उन्होंने कोई आस नहीं है अब्राहम नूं कि मैं 100 साल का हो चुका है और मेरी पत्नी जिहड़ी आ वो बच्चे जम्मन की हालत दे विच नहीं रह गई, वो भी काफ़ी बुजुर्ग अवस्था दे विच पहुंच चुकी है, कोई आस नहीं है बच्चा होएगा। आमीन। क्योंकि एक एज हुंदी आ जिहड़ी एज तक कह लो बच्चा पैदा करना एक नॉर्मल हुंदा है, जदों वो एज क्रॉस हो जाती है ਉਹਦੇ बाद मुश्किल हो जाता है। आमीन। हालेलुया। इस जगह ते लिखिया कि उन्हें सोचा कि मैं भी हुण बजुर्ग हो गया, सारा दी कुख जिहड़ी आ उन्हों भी सोका लग चुकिया है, परंतु परमेश्वर दे वचन दी वल्लों उन्हें प्रतीत नाल शंका ना कीती। इस जगह ते तुसी एग्जैक्ट वर्ड पढ़ रहे हो, शंका, डाउट। आमीन। उन्हें विश्वास किया, शंका नहीं कीती। चाहे उहदी अवस्था अब्राहम दी एहो जी सी कि हो नहीं सकता, इम्पॉसिबल काम सी, इम्पॉसिबल। अज जे 99 या 100 साल दे कोई होन, मान लो साडे पेरेंट्स ही ने या साडे दादा दादी होणगे, तुसी भी चाहे तुहाडे ग्रैंड पेरेंट्स होणगे, ते जे उन्हां वल्लों सोचा जाए बेबी प्लान करन दे बारे ते वो कहणगे नो वी कांट डू, हुण नहीं कर सकते क्योंकि साडे शरीर दे विच भी इन्नी स्ट्रेंथ नहीं रह गई।
ਆਮੇਨ ਹਾਲੇਲੂਇਆ। ਪਰ ਕਿਸ ਤਰ੍ਹਾਂ ਇਸ ਜਗ੍ਹਾ ਤੇ ਪ੍ਰਭੂ ਦਾ ਵਚਨ ਦੇਖੋ ਕੰਮ ਕਰ ਰਿਹਾ ਹੈ। ਆਮੇਨ। ਲਿਖਿਆ ਕਿ ਉਹ ਕਹਿ ਰਿਹਾ ਆ, ਅਬਰਾਹਮ ਜਿਹੜਾ ਉਹ ਕਹਿ ਰਿਹਾ, ਪਰੰਤੂ ਪਰਮੇਸ਼ਰ ਦੇ ਵਚਨ ਦੇ ਵੱਲੋਂ ਉਹਨੇ ਪ੍ਰਤੀਤ ਕੀਤੀ, ਸ਼ੰਕਾ ਨਹੀਂ ਕੀਤੀ। ਆਮੇਨ। ਪ੍ਰਤੀਤ ਕੀਤੀ, ਸ਼ੰਕਾ ਨਹੀਂ ਕੀਤੀ, ਸਗੋਂ ਨੇਚਾ ਵਿੱਚ ਤਗੜਿਆ ਹੋ ਕੇ ਉਹਨੇ ਪਰਮੇਸ਼ਰ ਦੀ ਵਡਿਆਈ ਕੀਤੀ। ਪ੍ਰੇਜ਼ ਗॉड। ਨੇਚਾ ਦੇ ਵਿੱਚ, ਵਿਸ਼ਵਾਸ ਦੇ ਵਿੱਚ ਉਹਨੇ ਦ੍ਰਿੜਤਾ ਲਿਆਂਦੀ। ਬਿਪਤਾ ਦੇ ਵਿੱਚ ਸੀ, ਮੈਂ ਤੁਹਾਨੂੰ ਦੱਸ ਰਹੀ ਹਾਂ, ਬਿਪਤਾ ਦੇ ਵਿੱਚ ਆ ਕਿ ਉਹਦੇ ਕੋਲ ਬੱਚੇ ਨਹੀਂ ਹੈ ਇਸ ਸਮੇਂ, ਪਰ ਪ੍ਰਭੂ ਨੇ ਉਹਨੂੰ ਬੋਲਿਆ ਸੀ, ਅਬਰਾਹਮ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਏਗਾ, ਤੇਰੀ ਅੰਸ਼ ਤਾਰਿਆਂ ਵਰਗੀ ਹੋਏਗੀ। ਆਮੇਨ ਹਾਲੇਲੂਇਆ। ਉਹ ਬਿਪਤਾ ਦੇ ਵਿੱਚ ਸੀ, ਉਹਨੇ ਧੀਰਜ ਰੱਖਿਆ, ਵਿਸ਼ਵਾਸ ਕੀਤਾ, ਉਹਨੇ ਦ੍ਰਿੜ ਹੋ ਗਿਆ। ਉਹਨੂੰ ਆਸ ਸੀ ਜੋ ਪ੍ਰਭੂ ਨੇ ਬੋਲਿਆ ਉਹ ਪੂਰਾ ਹੋਏਗਾ। ਆਮੇਨ। ਔਰ ਇਸ ਜਗ੍ਹਾ ਤੇ ਲਿਖਿਆ ਉਹਨੇ ਸ਼ੰਕਾ ਨਾ ਕੀਤੀ, ਸਗੋਂ ਨੇਚਾ ਵਿੱਚ ਤਗੜਿਆ ਹੋ ਕੇ ਪਰਮੇਸ਼ਰ ਦੀ ਵਡਿਆਈ ਕੀਤੀ। ਪ੍ਰੇਜ਼ ਗॉड। ਹਾਲੇਲੂਇਆ। ਅਸੀਂ ਪਰੇਸ਼ਾਨੀ ਦੇ ਵਿੱਚ ਰਹਿ ਕੇ ਕਿੰਨੀ ਕੁ ਪਰਮੇਸ਼ਰ ਦੀ ਵਡਿਆਈ ਕਰਦੇ ਹਾਂ। ਕਦੀ ਸੋਚਿਆ, ਅਸੀਂ ਆਪਣੇ ਆਪ ਨਾਲ ਕਦੀ ਗੱਲ ਕੀਤੀ ਕਿ ਮੈਂ ਪਰੇਸ਼ਾਨ ਆ, ਮੈਂ ਪ੍ਰਭੂ ਦੀ ਵਡਿਆਈ ਕਰ ਲਾਂ, ਪਰ ਅਸੀਂ ਵਡਿਆਈ ਕਰਨ ਤੋਂ ਪਹਿਲਾਂ ਕੁਐਸਚਨ ਕਰਦੇ ਆ, ਕਿਉਂ ਹੋ ਰਿਹਾ, ਵਾਈ 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 ਵਾਈ। ਮੈਂ ਸੰਡੇ ਚਰਚ ਜਾ ਰਹੀ ਹਾਂ, ਮੈਂ ਬਾਈਬਲ ਪੜ੍ਹ ਰਹੀ ਹਾਂ, ਮੈਂ ਫਾਸਟਿੰਗ ਕਰ ਰਹੀ ਹਾਂ, ਮੈਂ ਦਾਨ ਦੇ ਰਹੀ ਹਾਂ, ਮੈਂ ਦਸਵੰਧ ਵੀ ਦੇ ਰਹੀ ਹਾਂ, ਭਲਾ ਕਰ ਰਹੀ ਹਾਂ, ਕਿਸੇ ਦਾ ਬੁਰਾ ਨਹੀਂ ਕਰ ਰਹੀ, ਫਿਰ ਵੀ ਕਿਉਂ, ਵਾਈ, ਮੈਂ ਕਿਉਂ ਸਫਰ ਕਰ ਰਹੀ ਹਾਂ, ਮੈਂ ਕਿਉਂ ਮੁਸੀਬਤ ਦੇ ਵਿੱਚ ਆ, ਮੈਂ ਕਿਉਂ ਪਰੇਸ਼ਾਨੀ ਦੇ ਵਿੱਚ ਆ। ਆਮੇਨ ਹਾਲੇਲੂਇਆ। ਪਰ ਪ੍ਰਭੂ ਦਾ ਵਚਨ ਕਹਿ ਰਿਹਾ ਕਿ ਜਿਹੜੀ ਪਰੇਸ਼ਾਨੀ ਆ ਇਹਦੇ ਵਿੱਚ ਵੀ ਪ੍ਰਭੂ ਕਹਿ ਰਿਹਾ ਕਿ ਮੈਂ ਤੁਹਾਨੂੰ ਆਪਣੀ ਸਾਮਰਥ ਪ੍ਰਗਟ ਕਰਕੇ ਦਿਖਾਉਣ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਸਾਡਾ ਪਰਮੇਸ਼ਵਰ ਮੁਸੀਬਤ ਦੇ ਵਿੱਚ ਆਪਣੀ ਸਾਮਰਥ ਨੂੰ ਦਿਖਾਉਣ ਵਾਲਾ ਪਰਮੇਸ਼ਵਰ ਹੈ। ਆਮੇਨ ਹਾਲੇਲੂਇਆ। ਮੂਸਾ ਦੀ ਸਟੋਰੀ ਤੁਸੀਂ ਜਾਣਦੇ ਹੋ। ਮੂਸਾ ਜਦੋਂ ਇਜ਼ਰਾਈਲੀਆਂ ਨੂੰ ਲੈ ਕੇ, ਜਦੋਂ ਆਪਣੇ ਲੋਕਾਂ ਨੂੰ ਲੈ ਕੇ ਲਾਲ ਸਮੁੰਦਰ ਪਾਰ ਕਰ ਰਿਹਾ ਸੀ। ਹਾਲੇਲੂਇਆ। ਲਾਲ ਸਮੁੰਦਰ ਪਾਰ ਕਰ ਰਿਹਾ ਸੀ ਔਰ ਬਿਪਤਾ ਦੇ ਵਿੱਚ ਸੀ। ਆਮੇਨ ਹਾਲੇਲੂਇਆ। ਔਰ ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਦੇ ਲਈ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ। ਹਾਲੇਲੂਇਆ। ਕਿਸ ਤਰ੍ਹਾਂ ਪਰਮੇਸ਼ਵਰ ਨੇ ਸਮੁੰਦਰ ਦੇ ਵਿੱਚੋਂ ਦੀ ਉਹਨਾਂ ਦੇ ਲਈ ਰਸਤਾ ਤਿਆਰ ਕੀਤਾ। ਇੰਪੋਸੀਬਲ ਸੀ ਸਮੁੰਦਰ ਦਾ ਦੋ ਭਾਗ ਹੋ ਜਾਣਾ। ਆਮੇਨ। ਇੰਪੋਸੀਬਲ ਸੀ। ਅੱਜ ਅਸੀਂ ਇੱਕ ਨਦੀ ਦੇ ਲਾਗੇ ਖੜੇ ਹੋ ਜੀ, ਮੰਨ ਲਓ ਅੱਗੇ ਪਾਣੀ ਹੈ, ਸਮੁੰਦਰ ਹੈ, ਦਰਿਆ ਹੈ, ਕੁਝ ਵੀ ਹੈ, ਅਸੀਂ ਸਾਡਾ ਵਿਸ਼ਵਾਸ ਉੱਥੇ ਹੀ ਡਗਮਗਾ ਜਾਏਗਾ, ਕਿਉਂਕਿ ਸਾਡੇ ਅੰਦਰ ਉਹਨਾਂ ਫੇਥ ਹੀ ਨਹੀਂ ਹੈਗਾ। ਹਾਲੇਲੂਇਆ। ਸਾਡੇ ਅੰਦਰ ਉਹਨਾਂ ਫੇਥ ਹੀ ਨਹੀਂ ਹੈ। ਡਰ ਜਾਵਾਂਗੇ, ਡਾਊਟ ਆਣਗੇ, ਸ਼ੱਕ ਹੋਣਗੇ ਕਿ ਪਤਾ ਨਹੀਂ ਇਹ ਹੋਣਾ ਹੈ ਕਿ ਨਹੀਂ ਹੋਣਾ, ਪਤਾ ਨਹੀਂ ਮੁਸੀਬਤ ਦੇ ਵਿੱਚੋਂ ਨਿਕਲਣਾ ਹੈ ਕਿ ਨਹੀਂ ਨਿਕਲਣਾ, ਪਤਾ ਨਹੀਂ ਮੈਂ ਆਪਣੀ ਬਿਮਾਰੀ ਤੋਂ ਨਿਕਲ ਪਾਵਾਂ ਜਾਂ ਨਾ, ਪਤਾ ਨਹੀਂ ਮੈਂ ਪੁਰਾਣੀ ਜਗ੍ਹਾ ਤੇ ਨਵੀਂ ਜਗ੍ਹਾ ਤੇ ਜਾ ਪਾਵਾਂ ਜਾਂ ਨਾ, ਪਤਾ ਨਹੀਂ ਮੈਂ ਆਪਣੇ ਫਾਈਨੈਂਸ਼ੀਅਲ ਪ੍ਰੋਬਲਮ ਦੇ ਵਿੱਚੋਂ ਦੂਰ ਹੋ ਪਾਵਾਂ ਜਾਂ ਨਾ, ਪਤਾ ਨਹੀਂ ਮੈਂ ਕਦੋਂ ਇਸ ਮੁਸੀਬਤ ਤੋਂ ਮੇਰਾ ਛੁਟਕਾਰਾ ਹੋਏਗਾ। ਪਰ ਇੱਕ ਗੱਲ ਪ੍ਰਭੂ ਦੇ ਵਚਨ ਦੇ ਵਿੱਚੋਂ ਯਾਦ ਰੱਖਣਾ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਤੇਰੀ ਆਸ ਨਾ ਟੁੱਟੇਗੀ। ਆਮੇਨ। ਤੇਰੀ ਆਸ਼ਾ ਨਾ ਟੁੱਟੇਗੀ। ਹਾਲੇਲੂਇਆ। ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਜਿਹੜੀਆਂ ਸੋਚਾਂ ਮੈਂ ਤੁਹਾਡੇ ਵਿਖੇ ਸੋਚਦਾ ਆ ਉਹ ਤੁਹਾਡੇ ਲਾਭ ਦੀਆਂ ਨੇ, ਹਾਨੀ ਦੀਆਂ ਨਹੀਂ। ਕਿਉਂਕਿ ਕੋਈ ਵੀ ਪਿਤਾ ਆਪਣੇ ਬੱਚਿਆਂ ਬਾਰੇ ਮਾੜੀ ਸੋਚ ਨਹੀਂ ਰੱਖ ਸਕਦਾ। ਧਰਤੀ ਦੇ ਪਿਤਾ ਵੀ ਨਹੀਂ ਰੱਖ ਸਕਦੇ। ਲਿਖਿਆ ਕਿ ਧਰਤੀ ਵਾਲਾ ਪਿਤਾ ਵੀ ਆਪਣੇ ਬੱਚਿਆਂ ਨੂੰ ਉਹਨਾਂ ਦੇ ਰੋਟੀ ਮੰਗਣ ਤੇ, ਉਹਨਾਂ ਦੇ ਕਹਿ ਲੋ ਚੀਜ਼ ਕੋਈ ਮੰਗਣ ਤੇ, ਰੋਟੀ ਮੰਗਣ ਤੇ ਉਹਨਾਂ ਨੂੰ ਪੱਥਰ ਨਹੀਂ ਦੇਗਾ। ਤੇ ਉਹ ਪਿਤਾ, ਸਵਰਗੀ ਪਿਤਾ, ਜਿਨੇ ਸਾਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ, ਜਿਨੇ ਸਾਡੇ ਅੰਦਰ ਸਾਹ ਫੂਕਿਆ, ਜਿਨੇ ਸਾਨੂੰ ਡੈਕੋਰੇਟ ਕੀਤਾ, ਜਿਨੇ ਸਾਨੂੰ ਸਾਜਿਆ, ਜਿਨੇ ਸਾਨੂੰ ਇਸ ਧਰਤੀ ਤੇ ਭੇਜਿਆ, ਉਹ ਕਿਸ ਤਰ੍ਹਾਂ ਸਾਡਾ ਮਾੜਾ ਕਰੇਗਾ। ਆਮੇਨ। ਉਹ ਪਿਤਾ ਸਾਡਾ ਮਾੜਾ ਨਹੀਂ ਕਰ ਸਕਦਾ। ਉਹ ਸਾਡੇ ਬੈਸਟ ਦੇ ਲਈ ਪਲਾਨ ਬਣਾਉਂਦਾ ਹੈ। ਆਮੇਨ ਹਾਲੇਲੂਇਆ। ਹੋ ਸਕਦਾ ਉਹ ਸਾਨੂੰ ਸਿੱਧਿਆਂ ਕਰਨ ਲਈ ਕੁਝ ਤੋੜ ਮਰੋੜ ਕਰੇ, ਸਾਨੂੰ ਸੇਕੇ ਲਾਏ, ਪਰ ਸਾਨੂੰ ਮਾਰੇਗਾ ਨਹੀਂ, ਸਾਨੂੰ ਬਿਪਤਾ ਦੇ ਵਿੱਚ ਨਹੀਂ ਰਹਿਣ ਦੇਗਾ। ਆਮੇਨ ਹਾਲੇਲੂਇਆ। ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਜਿਹੜੀਆਂ ਪ੍ਰਭੂ ਕਹਿ ਰਿਹਾ ਮੇਰੀਆਂ ਸੋਚਾਂ ਨੇ ਤੁਹਾਡੇ ਵਿਖੇ, ਜਿਹੜੀਆਂ ਮੈਂ ਸੋਚਦਾ ਆ ਉਹ ਤੁਹਾਡੇ ਲਾਭ ਦੀਆਂ ਨੇ, ਹਾਨੀ ਦੀਆਂ ਨਹੀਂ। ਔਰ ਲਿਖਿਆ ਕਿ ਤੁਹਾਡੀ ਆਸ਼ਾ ਜਿਹੜੀ ਆ, ਤੁਹਾਡੀ ਆਸ ਨਹੀਂ ਟੁੱਟੇਗੀ। ਆਮੇਨ। ਔਰ ਇਸ ਜਗ੍ਹਾ ਤੇ ਅਬਰਾਹਮ ਜਿਹੜਾ ਸੀ
ਉਹ ਵਿਪਤਾ ਦੇ ਵਿੱਚ ਸੀ, ਪਰੇਸ਼ਾਨੀ 'ਚ ਸੀ, ਕੋਈ ਬੱਚਾ ਨਹੀਂ ਹੈ, ਕੋਈ ਔਲਾਦ ਨਹੀਂ ਹੈ। ਪ੍ਰਭੂ ਕਹਿ ਰਿਹਾ ਕਿ ਤੂੰ ਉਹਨਾਂ ਤਾਰਿਆਂ ਵੱਲ ਦੇਖ। ਉਹ ਪ੍ਰਭੂ ਦੇ ਵਚਨ ਤੇ ਭਰੋਸਾ ਕਰ ਰਿਹਾ ਹੈ। ਲਿਖਿਆ ਕਿ ਉਹ ਦ੍ਰਿੜਤਾ ਦੇ ਨਾਲ ਪ੍ਰਭੂ ਦੇ ਵਚਨ ਦੇ ਵਿੱਚ ਸ਼ੰਕਾ ਨਾ ਕਰਕੇ ਸਗੋਂ ਪ੍ਰਭੂ ਦੀ ਵਡਿਆਈ ਕਰ ਰਿਹਾ ਹੈ। ਕਿਉਂ ਵਡਿਆਈ ਕਰ ਰਿਹਾ ਹੈ? ਕਿਉਂਕਿ ਉਹਨੂੰ ਪਤਾ ਹੈ, ਮੈਂ ਪਹਿਲਾਂ ਵੀ ਬਿਲੀਵ ਕੀਤਾ ਸੀ। ਪਰਮੇਸ਼ਰ ਨੇ ਉਹਨੂੰ ਬੋਲਿਆ, ਅਬਰਾਹਮ ਆਪਣੇ ਪਿਤਾ ਦੇ ਘਰ ਨੂੰ ਛੱਡ ਦੇ, ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦੇ, ਆਮੇਨ, ਆਪਣੇ ਦੇਸ਼ ਨੂੰ ਛੱਡ ਦੇ। ਔਰ ਬਿਨਾਂ ਉਹਨੇ ਕੁਐਸਚਨ ਕੀਤੇ, ਪ੍ਰਭੂ ਮੈਂ ਆਪਣੇ ਦੇਸ਼ ਨੂੰ ਤਾਂ ਛੱਡ ਦਵਾਂਗਾ, ਪਰ ਮੈਂ ਅਗਲਾ ਦੇਸ਼ ਕਿਹੜਾ ਜਿੱਥੇ ਜਾਣਾ ਹੈ? ਹਾਲੇਲੂਇਆ। ਪ੍ਰਭੂ ਨੇ ਉਹਨੂੰ ਅਗਲਾ ਦੇਸ਼ ਨਹੀਂ ਦੱਸਿਆ ਤੂੰ ਕਿੱਥੇ ਜਾਣਾ ਹੈ। ਅਸੀਂ ਇੱਕ ਦੇਸ਼ ਤੋਂ ਦੂਸਰੇ ਦੇਸ਼ 'ਚ ਜਾਣ ਤੋਂ ਪਹਿਲਾਂ ਉਸ ਦੇਸ਼ ਦਾ ਪਤਾ ਕਰਦੇ ਹਾਂ। ਅੱਜ ਕੱਲ ਤੇ ਅੱਜ ਤੁਹਾਨੂੰ ਕੋਈ ਕਵੇ ਦੇਸ਼ ਛੱਡ ਕੇ ਦੂਸਰੇ ਦੇਸ਼ 'ਚ ਚਲਿਆ ਜਾ, ਬੜੀ ਜਲਦੀ ਸਭ ਜਣ ਤਿਆਰ ਹੋ ਜਾਣਗੇ, ਕਿਉਂਕਿ ਬਾਹਰ ਜਾਣਾ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ। ਪਰ ਅਬਰਾਹਮ ਨੂੰ ਤਾਂ ਪਤਾ ਵੀ ਨਹੀਂ ਸੀ ਉਹਨੇ ਕਿਹੜੇ ਦੇਸ਼ 'ਚ ਜਾਣਾ। ਹਾਲੇਲੂਇਆ। ਸਾਨੂੰ ਪਤਾ ਹੁੰਦਾ ਅਸੀਂ ਕਿਹੜੇ ਦੇਸ਼ 'ਚ ਜਾਣਾ, ਉਹਦੀ ਪੂਰੀ ਫਾਈਲ ਤਿਆਰ ਹੁੰਦੀ ਹੈ, ਸਾਰਾ ਕੁਝ ਉਸ ਦੇਸ਼ ਦਾ ਪਤਾ ਕੀਤਾ ਜਾਂਦਾ ਹੈ, ਫਿਰ ਅਸੀਂ ਉਸ ਜਗ੍ਹਾ ਤੇ ਜਾਣ ਵਾਸਤੇ ਤਿਆਰੀ ਕਰਦੇ ਹਾਂ। ਪਰ ਅਬਰਾਹਮ, ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿਹੜੇ ਦੇਸ਼ 'ਚ ਜਾਣਾ ਹੈ। ਹਾਲੇਲੂਇਆ। ਉਹਨੂੰ ਪਤਾ ਹੀ ਨਹੀਂ ਹੈ ਮੈਂ ਕਿਹੜੇ ਦੇਸ਼ 'ਚ ਜਾਣਾ ਹੈ, ਪਰ ਪਰਮੇਸ਼ਰ ਨੇ ਬੋਲ ਦਿੱਤਾ ਤੂੰ ਜਾਣਾ ਹੈ। ਉਹਨੇ ਪ੍ਰਭੂ ਦੀ ਆਗਿਆਕਾਰੀ ਕੀਤੀ, ਪਰਮੇਸ਼ਰ ਦੀ ਆਗਿਆਕਾਰੀ ਕੀਤੀ। ਮੈਂ ਤੁਹਾਨੂੰ ਪ੍ਰਭੂ ਦੇ ਵਚਨ ਦੇ ਵਿੱਚ ਸੈਕਿੰਡ ਡੇ ਦੇ ਵਿੱਚ ਇਹੀ ਦੱਸ ਰਹੀ ਸੀ, ਓਬੀਡੀਐਂਸ ਇਜ਼ ਬੈਟਰ ਦੈਨ ਸੈਕਰੀਫਾਈਸ। ਆਮੇਨ, ਹਾਲੇਲੂਇਆ। ਆਗਿਆ ਜਿਹੜੀ ਮੰਨਣਾ ਕੁਰਬਾਨੀ ਚੜਾਉਣ ਨਾਲੋਂ ਬਿਹਤਰ ਆ। ਔਰ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਨਿਕਲ ਜਾ, ਉਹ ਨਿਕਲ ਗਿਆ ਆਪਣੇ ਘਰ ਦੇ ਵਿੱਚੋਂ। ਔਰ ਪ੍ਰਭੂ ਉਹਦੇ ਨਾਲ ਸੀ, ਉਹਨੂੰ ਵਧਾ ਰਿਹਾ ਸੀ। ਪਰਮੇਸ਼ਰ ਜਿਸ ਤਰ੍ਹਾਂ ਉਹਨੇ ਪ੍ਰਭੂ ਦੀ ਆਗਿਆ ਦਾ ਪਾਲਨ ਕੀਤਾ, ਪ੍ਰਭੂ ਉਹਨੂੰ ਦੂਸਰੀ ਜਗ੍ਹਾ, ਦੂਸਰੇ ਦੇਸ਼ ਦੇ ਵਿੱਚ ਜਾ ਕੇ ਸਟੈਬਲਿਸ਼ ਕੀਤਾ ਉਸ ਜਗ੍ਹਾ ਤੇ। ਹਾਲੇਲੂਇਆ। ਔਰ ਇਸ ਕਰਕੇ ਅਬਰਾਹਮ ਨੂੰ ਹੋਰ ਦ੍ਰਿੜਤਾ ਸੀ, ਉਹਦੇ ਅੰਦਰ ਹੋਰ ਵਿਸ਼ਵਾਸ ਸੀ। ਉਹਨੇ ਸ਼ੱਕ ਨਹੀਂ ਕੀਤਾ, ਉਹਨੂੰ ਪਤਾ ਸੀ ਪ੍ਰਭੂ ਨੇ ਪਹਿਲਾਂ ਵੀ ਮੈਨੂੰ ਇੱਥੋਂ ਤੱਕ ਲੈ ਕੇ ਆਂਦਾ। ਔਰ ਉਹ ਸੋਚਦਾ ਹੋਏਗਾ, ਮੈਂ ਇਹ ਸੋਚ ਰਹੀ, ਉਹ ਸੋਚਦਾ ਹੋਏਗਾ ਕਿ ਮੈਂ ਵਿਸ਼ਵਾਸ ਕਰਦਾ ਅੱਗੇ ਵੀ ਪ੍ਰਭੂ ਮੇਰੀ ਮਦਦ ਕਰੇਗਾ। ਉਹਨੇ ਆਸ਼ਾ ਕੀਤੀ, ਉਹਨੇ ਆਸ ਰੱਖੀ। ਹਾਲੇਲੂਇਆ। ਉਹਨੇ ਆਸ ਰੱਖੀ। ਔਰ ਇਸ ਜਗ੍ਹਾ ਤੇ ਲਿਖਿਆ ਕਿ ਉਹਨੇ ਸ਼ੰਕਾ ਨਾ ਕੀਤੀ, ਸਗੋਂ ਨੇਚਾ ਦੇ ਵਿੱਚ ਤਗੜਿਆਂ ਹੋ ਕੇ ਪ੍ਰਭੂ ਦੀ ਵਡਿਆਈ ਕੀਤੀ। ਹਾਲੇਲੂਇਆ। ਉਹਨੇ ਆਰਾਧਨਾ ਕੀਤੀ, ਪ੍ਰਭੂ ਦੀ ਵਡਿਆਈ ਕੀਤੀ, ਪ੍ਰਭੂ ਦਾ ਧੰਨਵਾਦ ਕੀਤਾ ਕਿ ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ, ਮੈਂ ਆਸ਼ਾ ਕਰਦਾ ਜੋ ਤੁਸੀਂ ਕਿਹਾ ਇਹ ਪੂਰਾ ਹੋਏਗਾ। ਹਾਲੇਲੂਇਆ। ਔਰ ਲਿਖਿਆ ਅਤੇ ਉਹਨੂੰ ਪੱਕੀ ਨੇਚਾ ਸੀ। ਪੱਕੀ ਲਿਖਿਆ ਜਗ੍ਹਾ ਤੇ, ਪੱਕੀ ਨੇਚਾ, ਕੱਚੀ ਨੇਚਾ ਵੀ ਹੋ ਸਕਦੀ ਹੈ, ਇਸ ਕਰਕੇ ਪੱਕੀ ਨੇਚਾ ਲਿਖਿਆ ਗਿਆ ਕਿ ਉਹਨੂੰ ਪੱਕੀ ਨੇਚਾ ਸੀ ਭਈ ਜਿਸ ਦਾ ਉਸਨੇ ਵਚਨ ਦਿੱਤਾ ਹੈ ਉਸ ਦੇ ਪੂਰਾ ਕਰਨ ਨੂੰ ਸਾਮਰਥ ਹੈ। ਆਮੇਨ, ਹਾਲੇਲੂਇਆ। ਜਿਸ ਦਾ ਵਚਨ ਆ, ਵਚਨ ਕਿਹਦਾ ਹੈ? ਪਰਮੇਸ਼ਵਰ ਦਾ ਹੈ। ਔਰ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਨ ਦੇ ਵਿੱਚ ਸਾਮਰਥੀ ਹੈ। ਆਮੇਨ। ਇਨਸਾਨ ਹੋ ਸਕਦਾ ਆਪਣੇ ਵਚਨ ਨੂੰ ਪੂਰਾ ਨਾ ਕਰ ਪਾਏ, ਕਿਸੇ ਦੇ ਨਾਲ ਪ੍ਰੋਮਿਸ ਕਰਕੇ ਪ੍ਰੋਮਿਸ ਨੂੰ ਤੋੜ ਸਕਦਾ ਹੈ, ਪਰ ਜਿਹੜਾ ਪਰਮੇਸ਼ਵਰ ਆ ਉਹ ਆਪਣੇ ਪ੍ਰੋਮਿਸ ਨੂੰ ਤੋੜਦਾ ਨਹੀਂ। ਪਰਮੇਸ਼ਵਰ ਆਪਣੇ ਪ੍ਰੋਮਿਸ ਨੂੰ ਪੂਰਾ ਕਰਦਾ ਹੈ। ਹਾਲੇਲੂਇਆ। ਇਸ ਕਰਕੇ ਇਹ ਉਹਦੇ ਲਈ ਧਰਮ ਵੀ ਗਿਣੀ ਗਈ। ਇਹ ਗੱਲ ਪਈ ਉਹਦੇ ਲਈ ਗਿਣੀ ਗਈ, ਨੀਰੀ ਉਸੇ ਦੇ ਨਮਿਤ ਨਹੀਂ ਲਿਖੀ ਗਈ, ਸਗੋਂ ਸਾਡੇ ਨਮਿਤ ਵੀ। ਆਮੇਨ। ਧਿਆਨ ਦੇ ਨਾਲ 23 ਆਇਤ ਪੜੋ। ਇਸ ਜਗ੍ਹਾ ਤੇ ਲਿਖਿਆ, ਇਹ ਗੱਲ ਪਈ ਉਹਦੇ ਲਈ ਨਹੀਂ ਲਿਖੀ ਗਈ, ਸਗੋਂ ਉਸਦੇ ਨਮਿਤ ਨਹੀਂ ਲਿਖੀ ਗਈ, ਸਗੋਂ ਸਾਡੇ ਲਈ ਵੀ ਲਿਖੀ ਗਈ ਹੈ। ਕੱਲੇ ਅਬਰਾਹਮ ਦੇ ਲਈ ਨਹੀਂ ਲਿਖੀ ਗਈ, ਪਰ ਇਹ ਪ੍ਰਭੂ ਦਾ ਵਚਨ ਸਾਡੇ ਲਈ ਵੀ ਲਿਖਿਆ ਗਿਆ ਹੈ, ਜਿਹੜੇ ਉਸ ਤੇ ਨਿਹਚਾ ਕਰਦੇ ਹਾਂ, ਜਿਨੇ ਯੀਸ਼ੂ ਸਾਡੇ ਪ੍ਰਭੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਸੀ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਲਿਆ ਗਿਆ। ਆਮੇਨ, ਹਾਲੇਲੂਇਆ। ਕੱਲੀ ਇਹ ਜਿਹੜੀ ਸਟੋਰੀ ਆ ਲਿਖਿਆ ਕਿ ਕੱਲਾ ਇਹ ਚੀਜ਼ ਜਿਹੜੀ ਆ ਅਬਰਾਹਮ ਲਈ ਨਹੀਂ ਲਿਖੀ ਗਈ, ਇਹ ਸਾਡੇ ਲਈ ਵੀ ਹੈ ਅੱਜ। ਆਮੇਨ, ਹਾਲੇਲੂਇਆ। ਜਿੰਨੇ ਪ੍ਰਭੂ ਤੇ ਆਸ ਰੱਖਣਗੇ, ਜਿੰਨੇ ਜਨ ਪ੍ਰਭੂ ਤੇ ਆਸ ਰੱਖਣਗੇ, ਆਮੇਨ, ਹਾਲੇਲੂਇਆ। ਜਿੰਨੇ ਜਨ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਣਗੇ, ਆਸ ਮਤਲਬ ਫਿਊਚਰ ਦੇ ਵਿੱਚ ਇਹ ਹੋਏਗਾ, ਪ੍ਰਭੂ ਨੇ ਬੋਲਿਆ ਤੇ ਇਹ ਵਚਨ ਹੋਏਗਾ ਹੀ ਹੋਏਗਾ, ਇਹ ਪੂਰਾ ਹੋਏਗਾ ਹੀ ਹੋਏਗਾ। ਆਮੇਨ। ਪ੍ਰਭੂ ਦੇ ਜਨ ਨੇ ਜੋ ਵੀ ਤੁਹਾਡੇ ਲਾਈਫ ਦੇ ਵਿੱਚ ਸ਼ਬਦ ਬੋਲੇ ਹੋਏ ਨੇ, ਤੁਸੀਂ ਆਸ਼ਾ ਰੱਖੋ, ਆਸ ਰੱਖੋ, ਉਹ ਪੂਰੇ ਹੋਣਗੇ ਹੀ ਹੋਣਗੇ। ਪਰਸਨਲੀ ਪ੍ਰਭੂ ਨੇ ਤੁਹਾਨੂੰ ਡ੍ਰੀਮ ਦੇ ਥਰੂ, ਵਿਜ਼ਨ ਦੇ ਥਰੂ, ਵਚਨ ਦੇ ਥਰੂ ਜਾਂ ਪ੍ਰੋਫਿਟਿਕ ਦੇ ਥਰੂ ਕੁਝ ਵੀ ਪ੍ਰਭੂ ਦੇ ਸ਼ਬਦ ਤੁਹਾਡੇ ਕੋਲ ਪਹੁੰਚ ਚੁੱਕੇ ਨੇ, ਤੁਸੀਂ ਉਹਦੇ ਤੇ ਆਸ ਰੱਖੋ। ਆਮੇਨ।
ਤੁਸੀਂ ਉਹਦੇ ਤੇ ਆਸ ਰੱਖੋ, ਇਹ ਪੂਰੇ ਹੋਣਗੇ ਹੀ ਹੋਣਗੇ। ਹਾਲੇਲੂਇਆ। ਔਰ ਇਹਦੇ ਨਾਲ ਨਾਲ ਪੋਜ਼ਿਟਿਵ ਵੀ ਹੈ ਔਰ ਨੈਗੇਟਿਵ ਵੀ ਹੈ। ਕਈ ਵਾਰ ਪ੍ਰਭੂ ਸਾਨੂੰ ਵਾਰਨਿੰਗ ਵੀ ਦਿੰਦਾ ਹੈ। ਆਮੈਨ। ਵਾਰਨਿੰਗਸ ਵੀ ਆਈਆਂ ਹੋਣਗੀਆਂ ਤੁਹਾਡੇ ਕੋਲ, ਧਿਆਨ ਰੱਖਣਾ ਕਿਤੇ ਉਹ ਪੂਰੀਆਂ ਨਾ ਹੋ ਜਾਣ। ਹਾਲੇਲੂਇਆ। ਜਦੋਂ ਪ੍ਰਭੂ ਦਾ ਵਚਨ ਸਾਨੂੰ ਅਲਰਟ ਕਰਦਾ, ਚਿਤਾਰਦਾ ਆ, ਵਾਰਨਿੰਗਸ ਦਿੰਦਾ ਆ, ਧਿਆਨ ਰੱਖਣਾ ਕਿਤੇ ਉਹ ਪੂਰੀਆਂ ਨਾ ਹੋ ਜਾਣ। ਉਸ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਵੀ ਲੋੜ ਹੈ। ਆਮੈਨ। ਹਾਲੇਲੂਇਆ। ਸੋ ਪ੍ਰਭੂ ਦੀ ਬਲੇਸਿੰਗ ਜਿਹੜੀ ਆ ਉਹ ਤੁਹਾਡੀ ਲਾਈਫ ਦੇ ਵਿੱਚ ਬਣੀ ਰਵੇ। ਪ੍ਰਭੂ ਦੇ ਵਚਨ ਦੇ ਵਿੱਚੋਂ ਫਿਰ ਅਸੀਂ ਦੁਬਾਰਾ ਤੋਂ ਦੇਖਾਂਗੇ ਜਿਹੜੀ ਆਸ਼ਾ ਆ, ਜਿਹੜੀ ਆਸ ਆ, ਉਹ ਲਿਖਿਆ ਆ ਤੁਹਾਨੂੰ ਸ਼ਰਮਿੰਦਿਆ ਨਹੀਂ ਹੋਣ ਦੇਗੀ, ਪਰ ਉਸ ਤੋਂ ਪਹਿਲਾਂ ਸਾਨੂੰ ਪੈਟਰਨ ਜਿਹੜਾ ਫੋਲੋ ਕਰਨਾ ਪਏਗਾ। ਆਮੈਨ। ਪੈਟਰਨ ਤੁਹਾਨੂੰ ਮੈਂ ਦੱਸ ਰਹੀ ਸੀ, ਵਿਪਤਾ, ਧੀਰਜ, ਦ੍ਰਿੜਤਾ, ਆਸ, ਸ਼ਰਮਿੰਦਗੀ, ਪਰੇਸ਼ਾਨੀ, ਧੀਰਜ, ਖਰਾ ਨਿਕਲਣਾ, ਆਸ਼ਾ ਔਰ ਲੱਜਾ ਹਿੰਦੀ ਦੇ ਵਿੱਚ। ਹਾਲੇਲੂਇਆ। ਵਿਪਤਾ ਦੇ ਵਿੱਚੋਂ, ਪਰੇਸ਼ਾਨੀ ਦੇ ਵਿੱਚੋਂ, ਮੁਸੀਬਤ ਦੇ ਵਿੱਚੋਂ ਧੀਰਜ ਰੱਖੋ। ਆਮੈਨ। ਧੀਰਜ, ਦ੍ਰਿੜਤਾ। ਦ੍ਰਿੜਤਾ ਜਿਹੜੀ ਆ ਉਹ ਆਸ ਆ, ਆਸ ਜਿਹੜੀ ਆ ਉਹ ਸ਼ਰਮਿੰਦਿਆ ਨਹੀਂ ਹੋਣ ਦੇਗੀ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਆ। ਆਈ ਹੋਪ ਪ੍ਰਭੂ ਨੇ ਤੁਹਾਨੂੰ ਸਿਖਾਇਆ ਹੈ ਜੋ ਪ੍ਰਭੂ ਨੇ ਮੈਨੂੰ ਸਿਖਾਇਆ ਸੀ। ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਸਿਖਾ ਸਕਾਂ ਪ੍ਰਭੂ ਦੇ ਵਚਨ ਦੇ ਵਿੱਚੋਂ। ਹਾਲੇਲੂਇਆ। ਔਰ ਅਸੀਂ ਪ੍ਰਾਰਥਨਾ ਕਰਨ ਦੇ ਲਈ ਜਾ ਰਹੇ ਹਾਂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਜਿੰਨੇ ਜਨ ਤੁਸੀਂ ਵਰਤਾਂ ਦੇ ਵਿੱਚ ਬਣੇ ਹੋਏ ਹੋ ਮੇਰੇ ਨਾਲ, ਹਾਲੇਲੂਇਆ, ਜਿੰਨੇ ਜਨ ਤੁਸੀਂ ਵਰਤਾਂ ਦੇ ਵਿੱਚ ਮੇਰੇ ਨਾਲ ਬਣੇ ਹੋਏ ਹੋ, ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਪ੍ਰਭੂ ਦੀ ਦਇਆ ਦੇ ਨਾਲ ਅਸੀਂ ਚੌਥਾ ਫਾਸਟ ਕੰਪਲੀਟ ਕਰ ਚੁੱਕੇ ਹਾਂ। ਆਮੈਨ। ਔਰ ਸਵੇਰ ਕੱਲ ਆਪਣਾ ਪੰਜਵਾਂ ਫਾਸਟ ਜਿਹੜਾ ਸਟਾਰਟ ਹੋਏਗਾ। ਔਰ ਪ੍ਰਭੂ ਆਪਣੀ ਸਾਮਰਥ ਦੇ ਨਾਲ ਚਲਾ ਰਿਹਾ ਹੈ। ਇਹ ਸਾਡੇ ਵਿੱਚ ਕੋਈ ਸਾਮਰਥ ਨਹੀਂ, ਕੋਈ ਕਮਾਂਡ ਵਾਲੀ ਗੱਲ ਨਹੀਂ ਹੈ। ਆਮੈਨ। ਔਰ ਹੋਰ ਜ਼ਿਆਦਾ ਮੈਂ ਫੀਲ ਕਰ ਰਹੀ ਹਾਂ, ਜਿੰਨਾ ਅਸੀਂ ਫਾਸਟਿੰਗ ਦੇ ਵਿੱਚ ਹੈ, ਮੈਂ ਫੀਲ ਕਰ ਰਹੀ ਹਾਂ ਹੋਰ ਜ਼ਿਆਦਾ ਪ੍ਰਭੂ ਦੇ ਨਜ਼ਦੀਕ ਜਾ ਰਹੇ ਹਾਂ। ਆਮੈਨ। ਤੁਹਾਡਾ ਨਹੀਂ ਪਤਾ, ਪਰ ਮੈਨੂੰ ਆਪਣਾ ਪਤਾ ਹੈ, ਮੈਂ ਹੋਰ ਜ਼ਿਆਦਾ ਪ੍ਰਭੂ ਦੇ ਨਜ਼ਦੀਕ ਜਾ ਰਹੀ ਹਾਂ। ਮੈਨੂੰ ਹੋਰ ਜ਼ਿਆਦਾ ਪ੍ਰਭੂ ਆਪਣੇ ਵਚਨ ਦੇ ਵਿੱਚੋਂ ਹੋਰ ਡੀਪ ਗੱਲਾਂ ਸਿਖਾ ਰਹੇ ਨੇ। ਹਾਲੇਲੂਇਆ। ਆਮੈਨ। ਪ੍ਰਭੂ ਦੀ ਸਾਮਰਥ ਨੂੰ, ਪ੍ਰਭੂ ਦੀ ਅਨੋਇੰਟਿੰਗ ਨੂੰ, ਪ੍ਰਭੂ ਦੇ ਮੱਸਾਂ ਨੂੰ ਮੈਂ ਹੋਰ ਜ਼ਿਆਦਾ ਮਹਿਸੂਸ ਕਰ ਰਹੀ ਹਾਂ, ਜਿੰਨਾ ਜ਼ਿਆਦਾ ਅਸੀਂ ਇੱਕ ਇੱਕ ਦਿਨ ਅੱਗੇ ਵਧ ਰਹੇ ਹਾਂ। ਹਾਲੇਲੂਇਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਜਿੰਨੇ ਜਨ ਤੁਸੀਂ ਪ੍ਰਾਰਥਨਾ ਦੇ ਵਿੱਚ ਮੇਰੇ ਨਾਲ ਬਣੇ ਹੋਏ ਹੋ ਔਰ ਜਿੰਨੇ ਜਨ ਫਾਸਟਿੰਗ ਦੇ ਵਿੱਚ ਹੋ, ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਔਰ ਹੋਰ ਜ਼ਿਆਦਾ ਤੁਸੀਂ ਪ੍ਰਭੂ ਦੇ ਵਿੱਚ ਵਧੋ, ਪ੍ਰਭੂ ਦੇ ਵਿੱਚ ਬਣੇ ਰਹੋ। ਆਮੈਨ। ਹੁਣ ਅਸੀਂ ਪ੍ਰਾਰਥਨਾ ਕਰਨ ਦੇ ਲਈ ਜਾ ਰਹੇ ਹਾਂ ਔਰ ਪ੍ਰਭੂ ਦੇ ਵਚਨਾਂ ਨੂੰ ਯਾਦ ਰੱਖਣਾ। ਆਮੈਨ। ਪ੍ਰਭੂ ਦੇ ਵਚਨਾਂ ਨੂੰ ਯਾਦ ਰੱਖਣਾ ਔਰ ਜਿਹੜੀ ਤੁਹਾਡੀ ਆਸ਼ਾ ਆ ਉਹ ਟੁੱਟਣੀ ਨਹੀਂ ਚਾਹੀਦੀ। ਆਮੈਨ। ਜਿਸ ਜਗ੍ਹਾ ਤੇ ਆਸ਼ਾ ਰੱਖਣ ਦੀ ਲੋੜ ਹੈ, ਆਸ ਰੱਖਣੀ ਚਾਹੀਦੀ ਹੈ। ਆਮੈਨ। ਔਰ ਆਸ਼ਾ ਦੀ ਜਗ੍ਹਾ ਡਾਊਟ ਨਹੀਂ ਕਰਨਾ, ਆਸ ਦੀ ਜਗ੍ਹਾ ਡਾਊਟ ਨਹੀਂ ਕਰਨਾ। ਫਿਰ ਉਹ ਲਾਸਟ ਜਿਹੜਾ ਪੈਟਰਨ ਆ ਉਹ ਪੂਰਾ ਨਹੀਂ ਹੋਏਗਾ, ਸ਼ਰਮਿੰਦਗੀ ਦੂਰ ਨਹੀਂ ਹੋਏਗੀ। ਫਿਰ ਆਸ ਜਿਹੜੀ ਆ ਉਹਦੇ ਵਿੱਚ ਮਿਲਾਵਟ ਹੋ ਚੁੱਕੀ ਹੈ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਾਂਗੇ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੀਏ। ਪ੍ਰੇਅਰ ਕਰੀਏ। ਹੈਲਥ ਪ੍ਰੋਬਲਮ ਹੈ ਕਿਸੇ ਦੀ, ਪ੍ਰਭੂ ਉਹਨਾਂ ਨੂੰ ਬਲੈਸ ਕਰੇ। ਖੂਨ ਦੀ ਕਮੀ ਆ, ਠੀਕ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ। ਤੁਹਾਡੀਆਂ ਪ੍ਰੇਅਰ ਰਿਕੁਐਸਟ ਜੇ ਤੁਸੀਂ ਇਸ ਜਗ੍ਹਾ ਤੇ ਟਾਈਪ ਕਰ ਸਕਦੇ ਹੋ, ਕਰ ਦਿਓ। ਔਰ ਜਿਹੜੀਆਂ ਕੋਈ ਪਰਸਨਲ ਹੈ ਉਹ ਤੁਸੀਂ ਅਲੱਗ, ਜੇ ਤੁਹਾਨੂੰ ਪਤਾ ਆ ਚਰਚ ਦਾ ਨੰਬਰ ਜੇ ਤੁਹਾਨੂੰ ਪਤਾ ਹੈ ਉਹਦੇ ਵਿੱਚ ਭੇਜ ਸਕਦੇ ਹੋ। ਜੇ ਪਰਸਨਲ ਕੋਈ ਪ੍ਰੇਅਰ ਮੈਟਰਸ ਨੇ ਤੁਹਾਡੇ, ਉਹਦੇ ਵਿੱਚ ਭੇਜ ਸਕਦੇ ਹੋ। ਜੇ ਹੁਣ ਰਾਈਟ ਨਾਓ ਕੋਈ ਜ਼ਿਆਦਾ ਪ੍ਰੋਬਲਮ ਦੇ ਵਿੱਚ ਆ, ਆਪਣੀ ਪ੍ਰੇਅਰ ਰਿਕੁਐਸਟ ਤੁਸੀਂ ਹੁਣੇ ਹੀ ਭੇਜ ਸਕਦੇ ਹੋ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਕੋਈ ਹੈ ਜੋ ਟਾਈਪ ਕਰ ਰਿਹਾ ਹੈ, ਉਹਦੀ ਹੈਲਥ ਪ੍ਰੋਬਲਮ ਹੈ, ਖੂਨ ਦੀ ਕਮੀ ਆ। ਔਰ ਮੈਂ ਤੁਹਾਨੂੰ ਕਹਿਣਾ ਚਾਹਾਂਗੀ, ਚਾਹੇ ਹੈਲਥ ਪ੍ਰੋਬਲਮ ਹੈ, ਖੂਨ ਦੀ ਕਮੀ ਹੈ, ਵਿਸ਼ਵਾਸ ਰੱਖੋ ਪ੍ਰਭੂ ਉਸ ਖੂਨ ਦੀ ਕਮੀ ਨੂੰ ਪੂਰਾ ਕਰਨਗੇ। ਹਾਲੇਲੂਇਆ। ਆਸ਼ਾ ਕਰੋ, ਹੋਪ ਰੱਖੋ, ਆਸ ਰੱਖੋ, ਪ੍ਰਭੂ ਉਹਨੂੰ ਪੂਰਾ ਕਰਨਗੇ। ਆਮੈਨ। ਆਪਾਂ ਸਭ ਜਨ ਉਹਦੇ ਲਈ ਪ੍ਰਾਰਥਨਾ ਕਰਾਂਗੇ ਜਿਨ੍ਹਾਂ ਪ੍ਰੇਅਰ ਰਿਕੁਐਸਟ ਦਿੱਤੀ ਹੈ। ਐਸੇ ਸਮੇਂ ਜਿਹਦੀ ਨੈਕ ਪੇਨ ਹੈ, ਪ੍ਰਾਰਥਨਾ ਕਰਾਂਗੇ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਜਿਨ੍ਹਾਂ ਦੀ ਖੂਨ ਦੀ ਪ੍ਰੋਬਲਮ ਹੈ, ਪ੍ਰਭੂ ਯੀਸ਼ੂ ਤੁਹਾਡੇ ਨਾਮ ਦੇ ਵਿੱਚ ਉਹਨਾਂ ਦੇ ਖੂਨ ਦੀ ਪ੍ਰੋਬਲਮ
ਬਲੱਡ ਦੀ ਪ੍ਰੋਬਲਮ ਪ੍ਰਭੂ ਜੋ ਘੱਟ ਆ ਉਹ ਪੂਰੀ ਹੋ ਜਾਵੇ ਪਿਤਾ ਪਰਮੇਸ਼ਰ। ਔਰ ਜਿਹਦੀ ਨੈਕ ਪੇਨ ਹੈ ਪ੍ਰਭੂ ਯੀਸ਼ੂ ਤੁਹਾਡੇ ਨਾਮ ਦੇ ਵਿੱਚ ਉਹ ਨੈਕ ਪੇਨ ਜਾਏ ਰਾਈਟ ਨਾਓ ਇਨ ਦਾ ਮਾਈਟੀ ਨੇਮ ਆਫ ਜੀਸਸ। ਪ੍ਰਭੂ ਤੁਸੀਂ ਹੀਲਰ ਹੋ ਪਿਤਾ ਪਰਮੇਸ਼ਰ, ਤੁਸੀਂ ਹੀਲ ਕਰਨ ਵਾਲੇ ਹੋ। ਹਾਲੇਲੂਇਆ, ਥੈਂਕ ਯੂ ਜੀਸਸ। ਅਸੀਂ ਆਰਾਧਨਾ ਕਰੀਏ, ਆਰਾਧਨਾ ਦੇ ਵਿੱਚ ਜੋ ਵੀ ਤੁਹਾਡੀ ਪ੍ਰੋਬਲਮ ਆ ਉਹਨੂੰ ਡਾਂਟੀਏ ਔਰ ਆਰਾਧਨਾ ਦੇ ਵਿੱਚ ਬਣੇ ਰਹੀਏ। ਹਾਲੇਲੂਇਆ, ਆਰਾਧਨਾ ਦੇ ਵਿੱਚ ਬਣੇ ਰਹੀਏ। ਕਹੀਏ ਪਰਮੇਸ਼ਰ ਨੂੰ ਮੇਰੀਆਂ ਬਿਮਾਰੀਆਂ ਦੇ ਉੱਪਰ, ਮੇਰੀ ਪਰੇਸ਼ਾਨੀ ਦੇ ਉੱਤੇ ਤੁਹਾਡਾ ਲਹੂ ਲੱਗ ਜਾਏ। ਆਮੇਨ ਪ੍ਰਭੂ, ਮੈਂ ਪ੍ਰਾਰਥਨਾ ਕਰਦੀ ਇਹਨਾਂ ਦੇ ਲਈ ਤੁਹਾਡਾ ਲਹੂ ਪ੍ਰਭੂ ਇਹਨਾਂ ਦੀ ਬਿਮਾਰੀਆਂ ਦੇ ਉੱਪਰ ਲੱਗੇ। जिस जगह पे बीमारी है, परेशानी है, यीशु मसीह नासरी दे नाम दे विच प्रभु ओ यस सारा बारशंदो प्रभु तेरे लहू ਨੂੰ ਪੁਕਾਰਦੇ ਹਾਂ। ਤੇਰਾ ਲਹੂ ਬੜਾ ਕੀਮਤੀ ਹੈ। Lord, touch them right now in the mighty name of Jesus Christ. में जो ताकत है छुटकारा मिलेगा। आराधना करिए, छुटकारा क्योंकि उस लहू में जो ताकत है जिससे हम पाते हैं छुटकारा। विश्वास करिए प्रभु का लहू का छुटकारा देगा। आराधना करिए प्रभु दी। ओला शानदार राबा राबा ओला साकोरा शानदार राबा बाबा ला साकोरा नी तेरा लहू बड़ा कीमती है प्रभु, तेरा लहू बड़ा लहू प्रभु छुए, आजाद करे बीमारियां तो, मुसीबतां तो, परेशानियां तो पिता परमेश्वर दया करो प्रभु। जिन्हें जन देख रहे ने प्रभु मैं प्रार्थना करदी हां तेरी सामर्थ इन्हां नूं छुए और चंगा करे इन जीसस माइटी नेम आमीन। ठीक है प्रभु तुहानूं सारिआं नूं ब्लैस करे और ਅਸੀਂ ਮਿਲਦੇ ਹਾਂ ਕੱਲ 7 ਵਜੇ प्रार्थना दे विच। गॉड ब्लैस यू और प्रभु दे विच बने रहिए, वर्तां दे विच बने रहिए। हालेलुया, आमीन। प्रभु तुहानूं सारिआं नूं ब्लैस करे जिन्ने जन देख रहे हो। गॉड ब्लैस यू। और कल असीं प्रभु दे वचन दे विचों सिखांगे। जिस तरह प्रभु मेरे नाल गल करेगा मैं उहनूं पोस्ट करांगी, ਉਹਦੇ ਵਿੱਚ ਤੁਸੀਂ देख सकते हो जो प्रभु मैनूं सिखाणगे। कल असीं प्रभु दे वचन दे विचों सिखांगे। आमीन। गॉड ब्लैस यू। प्रभु तुहानूं ब्लैस करे।